ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਤਿਹ ਐਡਕॉम ਤੇ ਤੁਹਾਡਾ ਸਵਾਗਤ ਆ। ਸੋ ਕਰੰਟ ਅਫੇਅਰਸ 2024 ਦੇ ਮੌਕ ਟੈਸਟ 6 ਦੇ ਆਪਾਂ ਸੋਲੂਸ਼ਨਸ ਜਿਹੜੇ ਡਿਸਕਸ ਕਰਾਂਗੇ। ਸੋ ਮੌਕ ਟੈਸਟ ਜਿਹੜਾ ਆ ਇਹ ਟੈਲੀਗ੍ਰਾਮ ਤੇ ਮੈਂ PDF ਇਹਦਾ ਅਪਲੋਡ ਕਰਤਾ ਸੀ ਮੌਕ ਟੈਸਟ ਦਾ। ਐਂਡ ਦੂਸਰੀ ਗੱਲ ਮੈਂ ਤੁਹਾਨੂੰ ਦੱਸਿਆ ਵੀ ਸੀਗਾ ਕਿ ਸਤੰਬਰ ਬੇਸਡ ਯਾਨੀ ਕਿ ਲੇਟੈਸਟ ਕਰੰਟ ਅਫੇਅਰਸ ਨੇ 70 ਕੁਐਸਚਨਸ ਨੇ ਟੋਟਲ। ਸੋ 70 ਕੁਐਸਚਨਸ ਦੇ ਵਿੱਚੋਂ ਅਗਰ ਤੁਹਾਡੇ 65 ਦੇ ਵਿੱਚ ਜਾਂ 65 ਪਲੱਸ ਆ ਰਹੇ ਨੇ ਦੈਟ ਮੀਨਸ ਕਿ ਤੁਹਾਡੀ ਪ੍ਰੈਪਰੇਸ਼ਨ ਬਹੁਤ ਵਧੀਆ ਚੱਲ ਰਹੀ ਹੈ। ਠੀਕ ਹੈ, ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ, ਰੀਸੈਂਟਲੀ ਫਰਸਟ ਫੇਜ਼ ਆਫ ਪ੍ਰੋਜੈਕਟ ਨਮਨ ਹੈਜ਼ ਬੀਨ ਲਾਂਚਡ ਬਾਏ। ਸੋ ਪ੍ਰੋਜੈਕਟ ਨਮਨ ਜਿਹੜਾ ਆ ਇਹ ਰੀਸੈਂਟਲੀ ਇੰਡੀਅਨ ਆਰਮੀ ਵੱਲੋਂ ਲਾਂਚ ਕੀਤਾ ਗਿਆ ਆ। ਬੇਸਿਕਲੀ ਇਸ ਤੋਂ ਪਹਿਲਾਂ ਜਿਹੜਾ ਆ ਇੱਕ ਸਕੀਮ ਆਈ ਸੀਗੀ ਇੰਡੀਅਨ ਆਰਮੀ ਦੀ ਸੀਗੀ ਸਪਰਸ਼ ਸਕੀਮ, ਜਿਹਦੀ ਫੁੱਲ ਫਾਰਮ ਹੈਗੀ ਹੈ ਸਿਸਟਮ ਫॉर ਪੈਨਸ਼ਨ ਐਡਮਿਨਿਸਟ੍ਰੇਸ਼ਨ ਰਕਸ਼ਾ। ਸੋ ਜਿਹੜੇ ਪੈਨਸ਼ਨਰਸ ਨੇ ਆਰਮੀ ਵੈਟਰਨਸ ਨੇ ਉਹਨਾਂ ਵਾਸਤੇ ਇਹ ਸਕੀਮ ਲਾਂਚ ਕੀਤੀ ਗਈ ਸੀ। ਸੋ ਉਹਦੇ ਅਰਾਊਂਡ ਹੀ ਇਹ ਪ੍ਰੋਜੈਕਟ ਨਮਨ ਜਿਹੜਾ ਸੈਂਟਰਡ ਹੈ। ਸੋ ਇਹਦੇ ਵਿੱਚ ਬੇਸਿਕਲੀ ਕੀ ਹੈ, ਇੰਡੀਅਨ ਆਰਮੀ ਦੇ ਜਿਹੜੇ ਵੈਟਰਨਸ ਵਗੈਰਾ ਨੇ ਪੈਨਸ਼ਨੀਅਰਸ ਨੇ ਉਹਨਾਂ ਦੇ ਜੋ ਵੀ ਗ੍ਰੀਵੈਂਸਿਸ ਹੋਣਗੇ ਉਹਨਾਂ ਨੂੰ ਰਿਡਰੈਸ ਕੀਤਾ ਜਾਊਗਾ। ਐਂਡ ਇਹਦੇ ਵਿੱਚ ਇਹਦਾ ਸਹਿਯੋਗੀ ਬੈਂਕ ਹੈਗਾ ਆ HDFC ਬੈਂਕ। ਠੀਕ ਹੈ, HDFC ਬੈਂਕ। ਨੈਕਸਟ ਹੈ, recently which state has won Pacific Asia Travel Association Gold Award। So Pacific Asia Travel Association Gold Award ਜਿੱਤਣ ਵਾਲੀ ਜਿਹੜੀ state ਬਣੀ ਹੈ ਕੇਰਲਾ ਬਣੀ ਹੈ। So the option is C। Next, recently who have been honored by Federation of Indian Chambers of Commerce and Industry as Youth Icons of India। So Federation of Indian Chambers of Commerce and Industries ਵੱਲੋਂ ਜਿਨ੍ਹਾਂ ਨੂੰ Youth Icons ਜਿਹੜਾ ਅਨਾਉਂਸ ਕੀਤਾ ਗਿਆ ਆ ਉਹ ਹੈਗੇ ਆ ਆਯੁਸ਼ਮਾਨ ਖੁਰਾਨਾ ਤੇ ਨੀਰਜ ਚੋਪੜਾ। ਠੀਕ ਹੈ, ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ D, that is both A and B। Next है, recently who has created history by becoming the first women to win 2 gold medals at Paralympics। So Paralympics ਦੇ ਵਿੱਚ Paralympics ਜਿਹੜੇ friendly disabled ਵਾਸਤੇ Olympics ਹੋਈਆਂ ਨੇ ਪੈਰਿਸ ਦੇ ਵਿੱਚ। ਸੋ ਉਹਦੇ ਵਿੱਚ ਫਸਟ ਇੰਡੀਅਨ ਵੂਮਨ ਕੌਣ ਬਣੇ ਆ ਜਿਨ੍ਹਾਂ ਨੇ 2 ਗੋਲਡ ਮੈਡਲਸ ਜਿੱਤੇ ਨੇ। ਸੋ ਉਹ ਬਣੇ ਨੇ ਅਵਨੀ ਲਿਖੇਰਾ। ਠੀਕ ਹੈ, ਐਂਡ ਇਹ ਰਾਈਫਲ ਸ਼ੂਟਿੰਗ ਦੇ ਵਿੱਚ ਜਿਹੜੇ ਨੇ ਮਤਲਬ ਇਸ ਸਪੋਰਟਸ ਇਵੈਂਟ ਦੇ ਨਾਲ ਐਸੋਸੀਏਟਡ ਨੇ। ਸੋ ਇਹ ਵੀ ਜਿਹੜਾ ਹੈ ਤੁਸੀਂ ਯਾਦ ਰੱਖਣਾ। ਨੈਕਸਟ ਹੈ, who has emerged as the new champion of the SAF means South Asian Football Federation Under-20 Championship ਦਾ ਰੀਸੈਂਟਲੀ ਜਿਹੜਾ ਫੁੱਟਬਾਲ ਟੂਰਨਾਮੈਂਟ ਹੋਇਆ ਹੈ ਉਹਦੇ ਵਿੱਚ ਬੰਗਲਾਦੇਸ਼ ਜਿਹੜਾ ਆ ਉਹ ਜਿੱਤਿਆ ਆ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ A। ਨੈਕਸਟ ਹੈ, ਆਈਡੈਂਟੀਫਾਈ ਕਰੈਕਟ ਅਬਾਊਟ ਵਿੰਡਫਾਲ ਟੈਕਸ। ਸੋ ਵਿੰਡਫਾਲ ਟੈਕਸ ਉਹ ਟੈਕਸ ਹੁੰਦਾ ਹੈ ਜਿਹੜਾ ਮਤਲਬ ਕਿ ਇੰਪੋਜ਼ ਕੀਤਾ ਜਾਂਦਾ ਹੈ ਸਰਟਨ ਇੰਡਸਟਰੀਜ਼ ਦੇ ਉੱਤੇ ਜਿਹੜੀਆਂ ਕਿ ਅਗਰ ਇਕਨੋਮਿਕ ਕੰਡੀਸ਼ਨਸ ਵਧੀਆ ਨੇ। ਠੀਕ ਹੈ, ਜਿਸ ਤਰ੍ਹਾਂ ਮਤਲਬ ਰੈਪੋ ਰੇਟ, ਰਿਵਰਸ ਰੈਪੋ ਰੇਟ, ਬਹੁਤ ਬੈਂਕ ਰੇਟ ਬਹੁਤ ਵਧੀਆ ਚੱਲਦਾ ਪਿਆ, ਇਕਨੋਮਿਕ ਕੰਡੀਸ਼ਨਸ GDP ਅੱਛੀ ਹੈ ਕੰਟਰੀ ਦੀ, ਜਾਂ ਹੋਰ ਵੀ ਜਿਹੜੀ ਮਤਲਬ ਵੇਰੀਅਸ ਜੋ ਵੀ ਏਜੰਸੀਜ਼ ਹੁੰਦੀਆਂ ਨੇ ਮੂਡੀ ਵਗੈਰਾ ਹੈ ਨਾ। ਸੋ ਇਹਨਾਂ ਨੇ ਬਹੁਤ ਵਧੀਆ ਇੰਡੀਆ ਦੀ ਕ੍ਰੈਡਿਟ ਗਰੋਥ ਮੰਨ ਲਓ ਵਧੀਆ ਕੀਤੀ ਆਉਣ ਵਾਲੇ ਸਾਲ ਦੇ ਵਿੱਚ, ਜਾਂ ਉਹਨੂੰ ਪੋਜ਼ਿਟਿਵਲੀ ਜਿਹੜਾ ਸ਼ੋਅ ਕੀਤਾ ਆ। ਸੋ ਉਹਨਾਂ ਚੀਜ਼ਾਂ ਦੇ ਵਿੱਚ ਇਹ ਕੀ ਆ, ਇਹ ਕੰਪਨੀਜ਼ ਜਿਹੜੀਆਂ ਜਾਂ ਇੰਡਸਟਰੀਜ਼ ਜਿਹੜੀਆਂ ਨੇ ਇਹੋ ਜਿਹੀਆਂ ਕੰਡੀਸ਼ਨਸ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਫਿਟਸ ਅਬਵ ਐਵਰੇਜ ਪ੍ਰੋਫਿਟਸ ਜਿਹੜੀਆਂ ਨੇ ਉਹ ਅਰਨ ਕਰਦੀਆਂ ਨੇ, ਤੇ ਫਿਰ ਗਵਰਨਮੈਂਟ ਇਹਨਾਂ ਦੇ ਉੱਤੇ ਜਿਹੜਾ ਟੈਕਸ ਇੰਪੋਜ਼ ਕਰਦੀ ਆ। ਠੀਕ ਹੈ, ਕਿ ਹਵਾ ਵਿੱਚ ਨਾ ਉੱਡੋ ਡਿੱਗ ਜਾਓ, ਵਿੰਡਫਾਲ ਟੈਕਸ। ਠੀਕ ਹੈ, ਸੋ ਇਹਨੂੰ ਵਿੰਡਫਾਲ ਟੈਕਸ ਕਹਿੰਦੇ। ਸੋ ਇਹਦਾ ਮੇਨ ਪਰਪਸ ਹੁੰਦਾ ਹੈ ਕਿ ਜਿਹੜੇ ਐਕਸੈਸ ਪ੍ਰੋਫਿਟਸ ਨੇ ਇਹਨਾਂ ਨੂੰ ਰੀਡਿਸਟਰੀਬਿਊਟ ਕਰਨਾ ਉਹਨਾਂ ਏਰੀਆਜ਼ ਦੇ ਵਿੱਚ ਫੰਡ ਰੇਜ਼ ਕਰਨ ਲਈ ਜਿੱਥੇ ਕਿ ਕਿਸੇ ਲਈ ਅੱਛਾ ਕੰਮ ਕੀਤਾ ਜਾ ਸਕੇ। ਵੈਸੇ ਵੀ ਜੋ ਟੈਕਸ ਦਾ ਪਰਪਸ ਹੁੰਦਾ ਟੈਕਸੇਸ਼ਨ ਦਾ ਪਰਪਸ ਹੀ ਰੀਡਿਸਟਰੀਬਿਊਸ਼ਨ ਆਫ ਇਨਕਮ ਹੁੰਦਾ ਹੈ। ਮੀਨਸ ਕਿ ਅਮੀਰਾਂ ਤੋਂ ਪੈਸਾ ਲੈ ਕੇ ਗਰੀਬਾਂ ਦੇ ਵਿੱਚ ਜਿਹੜਾ ਉਹਨੂੰ ਵੰਡਣਾ, ਚਾਹੇ ਉਹ ਸਕੀਮਸ ਦੇ ਥਰੂ ਵੰਡੋ ਚਾਹੇ ਉਹ ਕਿਸੇ ਵੀ ਤਰੀਕੇ। ਸੋ ਇਹਦੇ ਵਿੱਚ ਦੋਨੋਂ ਹੀ ਆਪਸ਼ਨਸ ਜਿਹੜੀਆਂ ਹੈ ਕਰੈਕਟ ਹੈ। ਸੋ ਬੋਥ 1 and 2। ਨੈਕਸਟ ਹੈ, ਰੀਸੈਂਟਲੀ ਆਪਰੇਸ਼ਨ ਭੇੜੀਆ। ਸੋ ਇਹ ਉੱਤਰ ਪ੍ਰਦੇਸ਼ ਦੇ ਵਿੱਚ ਵਲਸ ਜਿਹੜੀਆਂ ਸੀ ਭੇੜੀਏ ਜਿਹੜੇ ਸੀਗੇ ਉਹਨਾਂ ਨੂੰ ਕੈਪਚਰ ਕਰਨ ਵਾਸਤੇ ਫੋਰੈਸਟ ਅਫੀਸ਼ੀਅਲਸ ਨੇ ਆਪਰੇਸ਼ਨ ਲਾਂਚ ਕੀਤਾ ਸੀ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ C। ਨੈਕਸਟ ਹੈ, ਆਈਡੈਂਟੀਫਾਈ ਇਨਕਰੈਕਟ ਮੈਚ। ਸੋ ਇਨਕਰੈਕਟ ਮੈਚ ਪੇਅਰ ਇਹਦੇ ਵਿੱਚ ਜਿਹੜੇ ਕੁਝ ਕੇਸਿਸ ਨੇ ਉਹਨਾਂ ਦੇ ਬਾਰੇ ਲਿਖਿਆ ਹੋਇਆ ਹੈ। ਐਂਡ ਉਹਦੇ ਸੌਰੀ ਆ ਜਿਹੜਾ ਲੋਗੋ ਅੱਜ ਬਹੁਤ ਹੀ ਜ਼ਿਆਦਾ ਹਾਈਲਾਈਟ ਹੋ ਗਿਆ ਆ, ਸੋ ਗਲਤੀ ਦੇ ਨਾਲ ਹੋ ਗਿਆ ਹੈ। ਸੋ ਉਹਦੇ ਲਈ ਮੈਂ ਐਕਸਟ੍ਰੀਮਲੀ ਸੌਰੀ ਹਾਂ ਤੁਹਾਡੇ ਤੋਂ। ਸੋ ਫਸਟ ਹੈਗਾ ਕੇਸ਼ਵ ਨੰਦਾ ਭਾਰਤੀ ਸ਼੍ਰੀ ਪਦਗਲਵਾਰੂ ਵਰਸਸ ਸਟੇਟ ਆਫ ਕੇਰਲਾ 1973 ਦਾ ਕੇਸ। ਇਹਦੇ ਵਿੱਚ ਆਪਾਂ ਨੂੰ ਪਤਾ ਹੀ ਆ ਕਿ ਇਹਦੇ ਵਿੱਚ ਬੇਸਿਕ ਡਾਕਟਰਾਈਨ ਜਿਹੜੀ ਸੀਗੀ ਬੇਸਿਕ ਸਟਰਕਚਰ ਆਫ ਕਨਸਟੀਟਿਊਸ਼ਨ ਦੀ ਡਾਕਟਰਾਈਨ ਫਾਰਮੂਲੇਟ ਕੀਤੀ ਗਈ ਸੀ, ਜਿਹਦੇ ਵਿੱਚ ਪਾਰਲੀਮੈਂਟ ਦੀਆਂ ਜਿਹੜੀਆਂ ਅਮੈਂਡਿੰਗ ਪਾਵਰਸ ਨੇ ਆਰਟੀਕਲ 368 ਦੇ ਅੰਡਰ। ਠੀਕ ਹੈ, ਕਿ ਉਹਨਾਂ ਨੂੰ ਆਰਬਿਟਰੀਲੀ ਐਵੇਂ ਨਹੀਂ ਮਤਲਬ ਕਿ ਅਮੈਂਡ ਕਰ ਸਕਦੇ ਕਿਸੇ ਵੀ ਚੀਜ਼ ਨੂੰ, ਕਿਸੇ ਵੀ ਹਿੱਸੇ ਨੂੰ। ਸੋ ਉਹ ਇਸ ਤਰੀਕੇ ਨਾਲ ਅਮੈਂਡਮੈਂਟ ਹੋਣੀ ਚਾਹੀਦੀ ਹੈ ਕਿ ਬੇਸਿਕ ਸਟਰਕਚਰ ਨੂੰ ਡਿਸਟੋਰਟ ਨਾ ਕਰੇ। ਠੀਕ ਹੈ, ਸੋ ਉਹਦੇ ਤੇ ਲਿਮਿਟੇਸ਼ਨਸ ਇੰਪੋਜ਼ ਕੀਤੀਆਂ ਗਈਆਂ ਸੀਗੀਆਂ। ਸੈਕਿੰਡ ਹੈਗਾ ਇੰਦਰਾ ਗਾਂਧੀ ਵਰਸਸ ਰਾਜ ਨਾਰਾਇਣ ਕੇਸ। 1975 ਦਾ ਇਹ ਕੇਸ ਹੈ ਜਿਹਦੇ ਵਿੱਚ
ਜੋ ਫ੍ਰੀ ਐਂਡ ਫੇਅਰ ਇਲੈਕਸ਼ਨਸ ਦੀ ਜੋ ਮਤਲਬ ਕਿ ਇੱਕ ਅਸੈਂਸ ਹੁੰਦੀ ਹੈ ਡੈਮੋਕ੍ਰੇਸੀ ਨੂੰ ਅਪਹੈਲਡ ਕੀਤਾ ਗਿਆ ਸੀਗਾ। ਬਟ ਇਹਦੇ ਵਿੱਚ ਲਿਖਿਆ ਹੋਇਆ ਆਰਬਿਟਰਰੀ ਡਿਸਮਿਸਲ ਆਫ ਸਟੇਟ ਗਵਰਨਮੈਂਟਸ ਅੰਡਰ ਆਰਟੀਕਲ 356। ਸੋ ਆਰਟੀਕਲ 356 ਇਜ਼ ਰਿਲੇਟਡ ਟੂ ਪ੍ਰੈਜ਼ੀਡੈਂਟ ਰੂਲ। ਸੋ ਬਾਰ-ਬਾਰ ਐਵੇਂ ਹੀ ਸਟੇਟਸ ਦੇ ਉੱਤੇ ਪ੍ਰੈਜ਼ੀਡੈਂਟ ਰੂਲ ਇੰਪੋਜ਼ ਕਰੀ ਜਾਣਾ। ਸੋ ਇਹਦੇ ਉੱਤੇ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਸੀ SR ਬੋਮਾਈ ਵਰਸਸ ਯੂਨੀਅਨ ਆਫ ਇੰਡੀਆ ਕੇਸ, ਜੋ ਕਿ 1994। ਸੋ ਈਅਰਸ ਵੀ ਬਹੁਤ ਇੰਪੋਰਟੈਂਟ ਹੁੰਦੇ ਇਹੋ ਜਿਹੇ ਕੇਸਿਸ ਦੇ, ਠੀਕ ਹੈ। ਸੋ ਇਹ ਦੋਨੋਂ ਆਪਸ਼ਨਸ ਆਪਣੀਆਂ ਜਿਹੜੀਆਂ ਗਲਤ ਹੋ ਗਈਆਂ। ਜਿਹੜੀ ਲਾਸਟ ਵਾਲੀ ਹੈ ਤਾਂ ਰੀਸੈਂਟ ਕੇਸ ਹੋਇਆ ਸੀਗਾ ADR ਵਰਸਸ ਯੂਨੀਅਨ ਆਫ ਇੰਡੀਆ ਕੇਸ 2024, ਠੀਕ ਹੈ। ਸੋ ਐਸੋਸੀਏਸ਼ਨ ਆਫ ਡੈਮੋਕ੍ਰੈਟਿਕ ਰਿਫਾਰਮਸ ਹੈ ADR ਦੀ ਫੁੱਲ ਫਾਰਮ। ਸੋ ਇਹਦੇ ਵਿੱਚ ਜਿਹੜੇ ਇਲੈਕਟੋਰਲ ਬੌਂਡ ਸਕੀਮ ਸੀਗੀ ਉਹਨੂੰ ਅਨਕਨਸਟੀਟਿਊਸ਼ਨਲ ਡਿਕਲੇਅਰ ਕੀਤਾ ਗਿਆ ਸੀਗਾ, ਹੈ ਨਾ। ਸੋ ਇਹਦੇ ਵਿੱਚ ਫਰਸਟ ਤੇ ਫੋਰਥ ਆਪਸ਼ਨ ਸਹੀ ਹੈ, ਬਟ ਆਪਾਂ ਇਨਕਰੈਕਟ ਫਾਈਂਡ ਕਰਨੀ ਹੈ ਤਾਂ 2 ਐਂਡ 3 ਆਏਗੀ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ B। ਨੈਕਸਟ ਹੈ ਰੀਸੈਂਟਲੀ ਵਿਚ ਸਟੇਟ ਅਸੈਂਬਲੀ ਪਾਸਡ ਅਪਰਾਜਿਤਾ ਬਿੱਲ। ਸੋ ਅਪਰਾਜਿਤਾ ਬਿੱਲ ਜਿਹੜਾ ਆ ਉਹ ਜਿਹੜਾ ਤੁਹਾਨੂੰ ਪਤਾ ਹੀ ਇੱਕ ਕੇਸ ਹੋਇਆ ਸੀਗਾ ਡਾਕਟਰ ਦੇ ਨਾਲ ਜਿਹੜਾ ਰੇਪ ਦੇ ਕਰਕੇ, ਸੋ ਵੈਸਟ ਬੰਗਾਲ ਦੇ ਵਿੱਚ। ਸੋ ਉਸ ਤੋਂ ਬਾਅਦ ਹੀ ਅਪਰਾਜਿਤਾ ਬਿੱਲ ਆਇਆ ਸੀਗਾ, ਠੀਕ ਹੈ ਜੀ। ਨੈਕਸਟ ਆ ਵੈਸਟ ਬੰਗਾਲ ਇਹਦਾ ਆਂਸਰ ਆਣਾ ਹੈ। ਨੈਕਸਟ ਹੈ 10th recently who has been awarded the esteemed Raman Magsaysay Award 2024 ਲਈ। ਇਹ ਜਿਹੜਾ ਇੱਕ ਜੈਪਨੀਜ਼ ਨੇ ਉਹਨਾਂ ਨੂੰ ਮਿਲਿਆ ਆ ਹਾਇਓ ਮਿਆਜ਼ਾਕੀ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ C। ਸੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਆ, ਆਉਣ ਵਾਲੇ ਤੁਹਾਡੇ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਡੈਫੀਨੇਟਲੀ ਆਊਗਾ। ਨੈਕਸਟ ਆ ਵਟ ਇਜ਼ ਦਾ ਨੇਮ ਆਫ ਡਿਜੀਟਲ ਪਬਲਿਕ ਇਨਫਰਾਸਟਰਕਚਰ। ਸੋ ਇਹ ਆਪਾਂ ਇਕੋਨਮੀ ਇਸ਼ੂਜ਼ ਦੇ ਵਿੱਚ ਆਲਰੇਡੀ ਕਵਰ ਕਰ ਚੁੱਕੇ ਹਾਂ, ਠੀਕ ਹੈ, ਕਿ ਡਿਜੀਟਲ ਪਬਲਿਕ ਇਨਫਰਾਸਟਰਕਚਰ ਫਾਰਮਰਸ ਵਾਸਤੇ ਜਿਹੜਾ ਤਿਆਰ ਕੀਤਾ ਗਿਆ, ਜਿਹਦੇ ਵਿੱਚ ਫਾਰਮਰਸ ਨੂੰ ਆਈਡੀਜ਼ ਵੀ ਉਹਨਾਂ ਦੀਆਂ ਕ੍ਰੀਏਟ ਕੀਤੀਆਂ ਗਈਆਂ, ਪਲੱਸ ਉਹਨਾਂ ਦੇ ਲੈਂਡ ਰਿਕਾਰਡਸ ਦੇ ਨਾਲ ਉਹਨਾਂ ਆਈਡੀਜ਼ ਨੂੰ ਲਿੰਕ ਕੀਤਾ ਗਿਆ ਆ। ਸੋ ਇਹ ਕੀਤਾ ਗਿਆ ਸਾਰਾ ਕੁਝ ਐਗਰੀ ਸਟੈਕ ਦੀ ਮਦਦ ਦੇ ਨਾਲ। ਸੋ ਦਾ ਆਂਸਰ ਇਜ਼ B। ਨੈਕਸਟ ਹੈ ਐਕਸਰਸਾਈਜ਼ ਵਰੁਣਾ। ਸੋ ਵਰੁਣਾ ਜਿਹੜੀ ਹੈ ਇਹ ਇੱਕ ਬਾਇਲੇਟਰਲ ਨੇਵਲ ਐਕਸਰਸਾਈਜ਼ ਹੈ ਇੰਡੀਆ ਤੇ ਫਰਾਂਸ ਦੇ ਵਿੱਚ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ A। ਨੈਕਸਟ ਆ ਆਇਡੈਂਟੀਫਾਈ ਕਰੈਕਟ ਸਟੇਟਮੈਂਟ ਅਬਾਊਟ ਸੈਂਟਰਲ ਵਿਜੀਲੈਂਸ ਕਮਿਸ਼ਨ। ਸੋ ਸੈਂਟਰਲ ਵਿਜੀਲੈਂਸ ਕਮਿਸ਼ਨ ਦੇ ਬਾਰੇ ਆਪਾਂ ਕਰੈਕਟ ਸਟੇਟਮੈਂਟ ਆਇਡੈਂਟੀਫਾਈ ਕਰਨੀ ਹੈ। ਸੋ ਸਭ ਤੋਂ ਪਹਿਲਾਂ ਤੇ ਇੱਕ ਸਟੈਚੂਟਰੀ ਬੋਡੀ ਹੈ। ਸਟੈਚੂਟਰੀ ਬੋਡੀ ਮੀਨਸ ਕਿ ਪਾਰਲੀਮੈਂਟ ਦੇ ਐਕਟ ਦੇ ਨਾਲ ਬਣੀ ਆ। ਸੋ ਕਿਹੜਾ ਐਕਟ ਸੀਗਾ? ਸੈਂਟਰਲ ਵਿਜੀਲੈਂਸ ਕਮਿਸ਼ਨ ਐਕਟ 2003। ਦੂਸਰੀ ਸਟੇਟਮੈਂਟ ਹੈਗੀ ਹੈ ਕਿ ਇਹ 1964 ਦੇ ਵਿੱਚ ਸਟੈਬਲਿਸ਼ ਹੋਈ ਇੱਕ ਗਵਰਨਮੈਂਟ ਆਫ ਇੰਡੀਆ ਦੇ ਰੈਜ਼ੋਲੂਸ਼ਨ ਦੇ ਥਰੂ ਸਵਰਨ ਸਿੰਘ ਕਮੇਟੀ ਦੀ ਰਿਕਮੈਂਡੇਸ਼ਨ ਤੇ, ਜਿਹੜੀ ਕਿ ਪ੍ਰੀਵੈਂਸ਼ਨ ਆਫ ਕਰਪਸ਼ਨ ਨਾਲ ਰਿਲੇਟਡ ਸੀਗੀ। ਤੀਸਰੀ ਸਟੇਟਮੈਂਟ ਹੈਗੀ ਕਿ 3 ਮੈਂਬਰ ਬੋਡੀ ਆ ਜਿਹਦੇ ਵਿੱਚ ਸੈਂਟਰਲ ਵਿਜੀਲੈਂਸ ਕਮਿਸ਼ਨਰ ਤੇ 2 ਵਿਜੀਲੈਂਸ ਕਮਿਸ਼ਨਰਸ ਹੁੰਦੇ ਨੇ। ਤੇ ਚੌਥੀ ਹੈਗੀ ਹੈ ਕਿ ਮੈਂਬਰਸ ਜਿਹੜੇ ਇਹਨਾਂ ਨੂੰ ਪ੍ਰੈਜ਼ੀਡੈਂਟ ਅਪਾਇੰਟ ਕਰਦੇ ਆ ਔਨ ਦਾ ਰਿਕਮੈਂਡੇਸ਼ਨਸ ਆਫ ਹਾਈ ਪਾਵਰਡ ਕਮੇਟੀ ਕੰਸਿਸਟਿੰਗ ਆਫ PM ਲੀਡਰ ਆਫ ਆਪੋਜੀਸ਼ਨ ਇਨ ਲੋਕ ਸਭਾ ਤੇ ਕੈਬਨਿਟ ਮਿਨਿਸਟਰ ਨੋਮੀਨੇਟਡ ਬਾय PM। ਹੁਣ ਇਹਦੇ ਵਿੱਚ ਆਪਾਂ ਨੇ ਕਰੈਕਟ ਸਟੇਟਮੈਂਟ ਜਿਹੜੀ ਆਇਡੈਂਟੀਫਾਈ ਕਰਨੀ ਹੈ। ਸੋ ਕਰੈਕਟ ਸਟੇਟਮੈਂਟ ਜਿਹੜੀ ਹੈ ਇਹਦੇ ਵਿੱਚ ਸਿਰਫ 2 ਹੀ ਹੈ, ਪਹਿਲੀ ਵਾਲੀ ਤੇ ਤੀਸਰੀ ਵਾਲੀ। ਦੂਸਰੀ ਜਿਹੜੀ ਹੈ ਇਹਦੇ ਵਿੱਚ ਸਵਰਨ ਸਿੰਘ ਕਮੇਟੀ 1964 ਦੇ ਵਿੱਚ ਹੀ ਬਣਿਆ ਸੀਗਾ ਗਵਰਨਮੈਂਟ ਦੀ ਰੈਜ਼ੋਲੂਸ਼ਨ ਦੇ ਨਾਲ, ਬਟ ਇੱਕ ਕਮੇਟੀ ਦਾ ਨਾਮ ਸੀਗਾ ਸੰਥਾਨਮ ਕਮੇਟੀ, ਠੀਕ ਹੈ, ਸੰਥਾਨਮ ਕਮੇਟੀ ਦੀ ਰਿਕਮੈਂਡੇਸ਼ਨਸ ਦੇ ਉੱਤੇ। ਤੇ ਚੌਥੀ ਸਟੇਟਮੈਂਟ ਜਿਹੜੀ ਹੈ ਕਿ ਮੈਂਬਰਸ ਜਿਹੜੇ ਨੇ ਪ੍ਰੈਜ਼ੀਡੈਂਟ ਦੀ ਰਿਕਮੈਂਡੇਸ਼ਨ ਦੇ ਉੱਤੇ ਹੀ ਅਪਾਇੰਟ ਹੁੰਦੇ ਨੇ, ਜਿਹੜੇ ਕਿ ਕਿਹਦੀ ਰਿਕਮੈਂਡੇਸ਼ਨ ਮਤਲਬ ਪ੍ਰੈਜ਼ੀਡੈਂਟ ਨੂੰ ਕੌਣ ਰਿਕਮੈਂਡ ਕਰਦਾ? ਇੱਕ ਕਮੇਟੀ ਜਿਹੜੀ ਕਿ PM ਦੀ, ਜਿਹਦੇ ਵਿੱਚ ਕੌਣ ਹੁੰਦਾ? ਪ੍ਰਾਈਮ ਮਿਨਿਸਟਰ ਹੁੰਦੇ ਆ, LOP ਹੁੰਦੇ ਆ ਲੋਕ ਸਭਾ ਦੇ, ਤੇ ਤੀਸਰਾ ਜਿਹੜਾ ਹੁੰਦਾ ਆ ਕੈਬਨਿਟ ਮਿਨਿਸਟਰ ਨਹੀਂ ਹੁੰਦੇ, ਇਹਦੇ ਵਿੱਚ ਹੁੰਦੇ ਆ ਮਿਨਿਸਟਰ ਆਫ ਹੋਮ ਅਫੇਅਰਸ, ਠੀਕ ਹੈ। ਸੋ ਮਿਨਿਸਟਰ ਆਫ ਹੋਮ ਅਫੇਅਰਸ ਜਿਹੜੇ ਆ ਇਹਦੇ ਵਿੱਚ ਹੁੰਦੇ ਨੇ। ਸੋ ਇਹ ਇਹਦੇ ਵਿੱਚ ਤੁਸੀਂ ਕਰੈਕਟ ਕਰ ਲਿਓ। ਸੋ ਕਿਉਂਕਿ 1 and 3 ਹੀ ਕਰੈਕਟ ਹੈ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ C। ਨੈਕਸਟ ਹੈ ਆਇਡੈਂਟੀਫਾਈ ਕਰੈਕਟ ਅਬਾਊਟ ਲਾਅ ਕਮਿਸ਼ਨ। ਸੋ ਰੀਸੈਂਟਲੀ ਲਾਅ ਕਮਿਸ਼ਨ ਅਪਰੂਵ ਕੀਤਾ ਗਿਆ ਪ੍ਰੈਜ਼ੀਡੈਂਟ ਵੱਲੋਂ। ਸੋ ਉਹਦੇ ਬਾਰੇ ਜਿਹੜਾ ਹੈ ਆਪਾਂ ਕੁਐਸਚਨ ਪੜ੍ਹਨਾ ਆ। ਸੋ ਲਾਅ ਕਮਿਸ਼ਨ ਆਫ ਇੰਡੀਆ ਇੱਕ ਨਾਨ ਸਟੈਚੂਟਰੀ ਬੋਡੀ ਆ ਜਿਹੜੀ ਕਿ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਵੱਲੋਂ ਕਨਸਟੀਟਿਊਟ ਕੀਤੀ ਜਾਂਦੀ ਹੈ ਬਾਏ ਅ ਨੋਟੀਫਿਕੇਸ਼ਨ। ਨੈਕਸਟ ਆ ਲਾਅ ਕਮਿਸ਼ਨ ਵਾਸ ਫਰਸਟ ਕਨਸਟੀਟਿਊਟਡ ਇਨ 1834 ਬਾय द गवर्नर जनरल empowered by the Charter Act 1833 अंडर द चेयरमैनशिप ऑफ लॉर्ड डलहौजी। तीसरी स्टेटमेंट है कि रीसेंटली ਜਿਹੜਾ ਆ ਪ੍ਰੈਜ਼ੀਡੈਂਟ ਨੇ 25th ਲਾਅ ਕਮਿਸ਼ਨ ਅਪਰੂਵ ਕੀਤਾ ਹੈ। ਹੁਣ ਇਹਦੇ ਵਿੱਚ ਆਪਾਂ ਕਰੈਕਟ ਸਟੇਟਮੈਂਟ ਆਇਡੈਂਟੀਫਾਈ ਕਰਨੀ ਹੈ ਤੇ ਸਿਰਫ ਫਰਸਟ ਵਾਲੀ ਜਿਹੜੀ ਹੈ ਕਰੈਕਟ ਆ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ A। ਦੂਸਰੀ ਕਿਉਂ ਇਨਕਰੈਕਟ ਹੈ? ਕਿਉਂਕਿ ਇਹ ਲਾਰਡ ਡਲਹੌਜ਼ੀ ਨਹੀਂ, ਲਾਰਡ ਮੈਕਲੇ ਦੇ ਜਿਹੜਾ ਸੀਗਾ ਇਹਦੇ ਅੰਡਰ, ਇਹਦੀ ਚੇਅਰਮੈਨਸ਼ਿਪ ਦੇ ਅੰਡਰ ਜਿਹੜਾ ਇਹਨੂੰ ਕਨਸਟੀਟਿਊਟ ਕੀਤਾ ਗਿਆ ਸੀ। ਐਂਡ ਕਰੰਟਲੀ ਜਿਹੜਾ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਅਪਰੂਵ ਕੀਤਾ ਹੈ ਦੈਟ ਇਜ਼ 23rd ਲਾਅ ਕਮਿਸ਼ਨ, ਨਾਟ 25th, ਠੀਕ ਹੈ ਜੀ। ਨੈਕਸਟ ਆ Indian table tennis icon who has been named the first Indian ambassador of International Table Tennis Foundation। So ਇਹ ਬਣੇ ਨੇ ਸ਼ਰਤ ਕਮਲ। So the right answer is option D। ਨੈਕਸਟ ਹੈ ਰੀਸੈਂਟਲੀ ਕਿਹੜਾ ਆਨਲਾਈਨ ਪਲੇਟਫਾਰਮ ਆ ਜਿਹਨੂੰ ਗੋਲਡ ਅਵਾਰਡ ਮਿਲਿਆ ਆ ਅੰਡਰ ਦ ਕੈਟੇਗਰੀ ਐਪਲੀਕੇਸ਼ਨ ਆਫ ਐਮਰਜਿੰਗ ਟੈਕਨੋਲੋਜੀਜ਼ ਫॉर ਪ੍ਰੋਵਾਈਡਿੰਗ ਸਿਟੀਜ਼ਨ ਸੈਂਟਰਿਕ ਸਰਵਿਸਿਜ਼ ਇਨ ਨੈਸ਼ਨਲ ਅਵਾਰਡਸ ਫॉर ਈ ਗਵਰਨੈਂਸ, ਜਿਹੜੇ ਡਿਪਾਰਟਮੈਂਟ ਆਫ
ਐਡਮਿਨਿਸਟ੍ਰੇਟਿਵ ਰਿਫਾਰਮਸ ਐਂਡ ਪਬਲਿਕ ਗ੍ਰੀਵੈਂਸਿਸ ਨੇ ਅਵਾਰਡਸ ਦਿੱਤੇ ਨੇ। ਸੋ ਉਹਦੇ ਅੰਡਰ ਐਮਰਜਿੰਗ ਟੈਕਨੋਲੋਜੀਜ਼ ਜਿਹੜਾ ਕਿ ਸਿਟੀਜ਼ਨ ਸੈਂਟਰਿਕ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ, ਉਹਦੇ ਵਾਸਤੇ ਓਪਨ ਨੈਟਵਰਕ ਡਿਜੀਟਲ ਕਾਮਰਸ ਜਿਹੜਾ ਪਲੇਟਫਾਰਮ ਆ, ਇਹਨੂੰ ਇਹ ਅਵਾਰਡ ਜਿਹੜਾ 골ਡ ਅਵਾਰਡ ਮਿਲਿਆ ਆ। ਠੀਕ ਹੈ, ਸੋ ਓਪਨ ਨੈਟਵਰਕ ਡਿਜੀਟਲ ਕਾਮਰਸ ਜਸਟ ਜਿੱਦਾਂ ਐਮਾਜ਼ੋਨ, ਫਲਿੱਪਕਾਰਟਸ ਨੇ, ਇਸੇ ਤਰ੍ਹਾਂ ਹੀ ਇਹ ਗਵਰਨਮੈਂਟ ਆਫ ਇੰਡੀਆ ਦੀ ਇੱਕ ਪਲੇਟਫਾਰਮ ਆ। ਠੀਕ ਹੈ, ਨੈਕਸਟ ਆ ਰੀਸੈਂਟਲੀ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ IT ਨੇ ਇੰਡੀਆ ਦਾ ਫਸਟ ਗ੍ਰਾਫੀਨ ਸੈਂਟਰ ਦੈਟ ਇਜ਼ ਇੰਡੀਆ ਇਨੋਵੇਸ਼ਨ ਸੈਂਟਰ ਫॉर ਗ੍ਰਾਫੀਨ, ਸੋ ਇਹ ਇਨੋਗਰੇਟ ਕੀਤਾ ਹੈ ਕੇਰਲਾ ਦੇ ਵਿੱਚ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ B। ਨੈਕਸਟ ਹੈ ਰੀਸੈਂਟਲੀ ਸੈਂਟਰ ਨੋਟੀਫਾਈਡ ਗਲੈਥੀਆ ਬੇ ਐਜ਼ ਅ ਮੇਜਰ ਪੋਰਟ, ਸੋ ਇਹ ਹੈਗਾ ਆ ਅੰਡੇਮਾਨ ਨਿਕੋਬਾਰ ਆਈਲੈਂਡਸ ਦੇ ਵਿੱਚ। ਸੋ ਇਹਦਾ ਆਂਸਰ ਇਜ਼ ਆਪਸ਼ਨ B। ਨੈਕਸਟ ਹੈ ਆਇਡੈਂਟੀਫਾਈ ਇਨਕਰੈਕਟ ਅਬਾਊਟ ਈਸਟਰਨ ਇਕਨੋਮਿਕ ਫੋਰਮ, ਸੋ ਇਹਦੇ ਵਾਸਤੇ ਜਿਹੜਾ ਆ ਇਹ ਰੀਸੈਂਟਲੀ ਇੱਕ ਦੀ ਸਮਿਟ ਹੋਈ ਸੀਗੀ, ਸੋ ਇਹਦੇ ਕਰਕੇ ਕੁਐਸਚਨ ਪਾਇਆ ਆ। ਸੋ ਇਹ 2019 ਦੇ ਵਿੱਚ ਨਹੀਂ, ਇਹ 2015 ਦੇ ਵਿੱਚ ਐਸਟੈਬਲਿਸ਼ ਹੋਇਆ ਸੀਗਾ। ਇਹਦਾ ਮੇਨ ਹੈਗਾ ਮੋਟਿਵ ਕਿ ਰਸ਼ੀਆ ਦੀ ਜਿਹੜੀ ਫਾਰ ਈਸਟ ਆ ਉਹਦੀ ਇਕਨੋਮਿਕ ਡਿਵੈਲਪਮੈਂਟ ਨੂੰ ਸਪੋਰਟ ਕਰਨਾ ਤੇ ਇਸ ਏਸ਼ੀਆ ਪੈਸੀਫਿਕ ਰੀਜਨ ਦੇ ਵਿੱਚ ਇੰਟਰਨੈਸ਼ਨਲ ਕੋਆਪਰੇਸ਼ਨ ਨੂੰ ਵਧਾਉਣਾ। ਰੀਸੈਂਟਲੀ ਇਹਦੀ ਜਿਹੜੀ ਸਮਿਟ ਆ ਉਹ ਵਲਾਦੀਵੋਸਟੋਕ ਰਸ਼ੀਆ ਦੇ ਵਿੱਚ ਹੋਈ ਆ। ਠੀਕ ਹੈ, ਸੋ ਸੈਕਿੰਡ ਤੇ ਥਰਡ ਸਟੇਟਮੈਂਟ ਬਿਲਕੁਲ ਕਰੈਕਟ ਆ, ਫਰਸਟ ਗਲਤ ਹੈ, ਆਪਾਂ ਗਲਤ ਆਇਡੈਂਟੀਫਾਈ ਕਰਨੀ ਆ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ A। Next are recently book titled From Oil to Lithium Navigating the Futures of Energy, so ਇਹ author ਕੀਤੀ ਗਈ ਹੈ ਕੁਲਦੀਪ ਗੁਪਤਾ ਵੱਲੋਂ। ਠੀਕ ਹੈ, ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ C। ਨੈਕਸਟ ਹੈ ਆਇਡੈਂਟੀਫਾਈ ਕਰੈਕਟ ਅਬਾਊਟ ਪੈਰਿਸ ਪੈਰਾਲੰਪਿਕਸ, ਸੋ ਪੈਰਾਲੰਪਿਕਸ ਹੁਣੇ ਹੀ ਓਲੰਪਿਕਸ ਤੋਂ ਬਾਅਦ ਹੋਈਆਂ ਕਨਕਲੂਡ, ਸੋ ਇਹਦੇ ਬਾਰੇ ਜਿਹੜਾ ਕੁਐਸਚਨ ਹੈ ਫਰਸਟ ਹੈਗਾ ਹਰਵਿੰਦਰ ਸਿੰਘ ਹੈਜ਼ ਸਿਕਿਉਰਡ ਇੰਡੀਆਜ਼ ਫਰਸਟ ਐਵਰ ਪੈਰਾਲੰਪਿਕ 골ਡ ਮੈਡਲ, ਜੋ ਕਿ ਆਰਚਰੀ ਦੇ ਵਿੱਚ ਇਹਨਾਂ ਨੇ ਜਿੱਤਿਆ ਆ। ਦੂਸਰਾ ਸੁਮੀਤ ਅੰਤਿਲ ਜਿਹੜਾ ਇਹਨਾਂ ਨੇ 골ਡ ਮੈਡਲ ਜਿੱਤਿਆ ਮੈਨਸ ਜੈਵਲਿਨ ਥਰੋ F64 ਕਲਾਸ ਦੇ ਵਿੱਚ। ਸੋ ਦੋਨੋਂ ਹੀ ਸਟੇਟਮੈਂਟਸ ਜਿਹੜੀਆਂ ਨੇ ਕਰੈਕਟ ਹੈ, ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ C। ਨੈਕਸਟ ਹੈ ਅਗਨੀ ਮਿਜ਼ਾਈਲਸ ਦੇ ਬਾਰੇ ਆਪਾਂ ਕਰੈਕਟ ਸਟੇਟਮੈਂਟ ਆਇਡੈਂਟੀਫਾਈ ਕਰਨੀ ਹੈ। ਸੋ ਇਹ ਇੰਟੀਗ੍ਰੇਟਿਡ ਗਾਈਡਡ ਮਿਜ਼ਾਈਲ ਡਿਵੈਲਪਮੈਂਟ ਪ੍ਰੋਗਰਾਮ ਜਿਹੜਾ ਕਿ ਅਬਦੁਲ ਕਲਾਮ ਜੀ ਦਾ ਪ੍ਰੋਗਰਾਮ ਸੀਗਾ, ਉਹਨਾਂ ਨੇ ਇਨੀਸ਼ੀਏਟ ਕੀਤਾ ਸੀ 1980s ਦੇ ਵਿੱਚ DRDO ਦੇ ਥਰੂ। ਸੋ ਇਹਦੇ ਅੰਡਰ ਹੀ ਅਗਨੀ ਮਿਜ਼ਾਈਲਸ ਕਨਸੀਵ ਕੀਤੀਆਂ ਗਈਆਂ ਸੀਗੀਆਂ। ਦੂਸਰਾ ਹੈਗਾ ਦੇ ਆਰ ਸਰਫੇਸ ਟੂ ਏਅਰ ਬਲਿਸਟਿਕ ਮਿਜ਼ਾਈਲ, ਤੀਸਰਾ ਹੈਗਾ ਦੇ ਆਰ ਮੀਡੀਅਮ ਟੂ ਇੰਟਰਕੌਂਟੀਨੈਂਟਲ ਰੇਂਜ। ਠੀਕ ਹੈ, ਸੋ ਇੰਟਰਕੌਂਟੀਨੈਂਟਲ ਰੇਂਜ ਕੀ ਮਤਲਬ ਕਿ 5000 ਕਿਲੋਮੀਟਰ ਤੱਕ ਦੀ ਇਹਨਾਂ ਦੀ ਰੇਂਜ ਹੈਗੀ ਹੈ। ਸੋ ਇਹ ਬਿਲਕੁਲ ਸਹੀ ਹੈ, ਫਸਟ ਵੀ ਸਹੀ ਹੈ, ਲੇਕਿਨ ਸੈਕਿੰਡ ਗਲਤ ਹੈ। ਅਗਨੀ ਮਿਜ਼ਾਈਲਸ ਜਿਹੜੀਆਂ ਆ ਇਹ ਸਰਫੇਸ ਟੂ ਸਰਫੇਸ ਮਿਜ਼ਾਈਲਸ ਨੇ, ਸਰਫੇਸ ਟੂ ਏਅਰ ਮਿਜ਼ਾਈਲਸ ਨਹੀਂ ਹੈ। ਸੋ 1 and 3 ਆਰ ਕਰੈਕਟ, ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ A। ਨੈਕਸਟ ਹੈ ਯੁੱਧ ਅਭਿਆਸ, ਯੁੱਧ ਅਭਿਆਸ ਜਿਹੜਾ ਹਾਲ ਹੀ ਦੇ ਵਿੱਚ ਮਹਾਜਨ ਫੀਲਡ ਫਾਇਰਿੰਗ ਰੇਂਜਸ ਰਾਜਸਥਾਨ ਦੇ ਵਿੱਚ ਇਹ ਐਕਸਰਸਾਈਜ਼ ਜਿਹੜੀ ਹੋਈ ਹੈ ਬਾਇਲੇਟਰਲ ਆਰਮੀ ਐਕਸਰਸਾਈਜ਼ ਹੈ ਇੰਡੀਆ ਤੇ USA ਦੇ ਵਿੱਚ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ B। ਨੈਕਸਟ ਆ ਆਇਡੈਂਟੀਫਾਈ ਇਨਕਰੈਕਟ, ਸੋ ਇਨਕਰੈਕਟ ਆਪਾਂ ਨੇ ਆਇਡੈਂਟੀਫਾਈ ਕਰਨਾ ਆ। ਠੀਕ ਹੈ, ਸੋ ਫਸਟ ਹੈਗਾ ਸਿਲੀਕਨ ਕਾਰਬਾਈਡ, ਜਿਹਨੂੰ ਕਾਰਬੋਰੰਡਮ ਵੀ ਬੋਲਦੇ ਆ, ਐਕਸਟ੍ਰੀਮਲੀ ਹਾਰਡ ਤੇ ਸਿੰਥੈਟਿਕਲੀ ਪ੍ਰੋਡਿਊਸਡ ਕ੍ਰਿਸਟਲਾਈਨ ਕੰਪਾਊਂਡ ਹੁੰਦਾ ਸਿਲੀਕਨ ਤੇ ਕਾਰਬਨ ਦਾ। ਇੰਡੀਆ ਦਾ ਜਿਹੜਾ ਪਹਿਲਾ ਸਿਲੀਕਨ ਕਾਰਬਾਈਡ ਮੈਨੂਫੈਕਚਰਿੰਗ ਫੈਸਿਲਿਟੀ ਹੈ ਇਟ ਇਜ਼ ਟੂ ਬੀ ਸੈਟ ਅਪ ਇਨ ਰਾਜਸਥਾਨ। ਸੋ ਇਹ ਸਟੇਟਮੈਂਟ ਗਲਤ ਹੈ, ਸੋ ਇਹ ਉੜੀਸਾ ਦੇ ਵਿੱਚ ਜਿਹੜੀ ਹੈ ਸੈਟਅਪ ਹੋਣ ਜਾ ਰਹੀ ਹੈ। ਸੋ ਫਸਟ ਸਟੇਟਮੈਂਟ ਹੀ ਜਿਹੜੀ ਹੈ ਉਹ ਸਹੀ ਹੈ, ਸੈਕਿੰਡ ਵਨ ਗਲਤ ਹੈ, ਬਟ ਆਪਾਂ ਗਲਤ ਹੀ ਆਇਡੈਂਟੀਫਾਈ ਕਰਨੀ ਹੈ ਜੋ ਕਿ A ਆਪਸ਼ਨ ਆਏਗੀ ਸਾਡੀ। ਠੀਕ ਹੈ, ਨੈਕਸਟ ਹੈ ਆਇਡੈਂਟੀਫਾਈ ਕਰੈਕਟ ਅਬਾਊਟ ਸਰਟੀਫਿਕੇਟ ਆਫ ਡਿਪੋਜ਼ਿਟ, ਸੋ ਸਰਟੀਫਿਕੇਟ ਆਫ ਡਿਪੋਜ਼ਿਟਸ ਇੱਕ ਤਰ੍ਹਾਂ ਦੇ ਪ੍ਰੋਮਿਸਰੀ ਨੋਟਸ ਹੀ ਹੁੰਦੇ ਨੇ, ਅਨਸਿਕਿਉਰਡ ਮਨੀ ਮਾਰਕੀਟ ਇੰਸਟਰੂਮੈਂਟ ਹੈ। ਇੱਕ ਤਾਂ ਇਹ ਯਾਦ ਰੱਖਿਓ ਨੈਗੋਸ਼ੀਏਬਲ ਆ, ਸੋ ਇਹਦੀ ਮੈਚਿਓਰਿਟੀ ਪੀਰੀਅਡ ਹੁੰਦਾ 1 ਸਾਲ ਤੱਕ, ਮੀਨਸ ਕਿ ਪੇਮੈਂਟ ਜਿਹੜੀ ਹੈ ਕਰਨੀ ਹੁੰਦੀ ਆ। ਠੀਕ ਹੈ, ਸੋ ਦੇ ਆਰ ਇਸ਼ੂਡ ਬਾਈ ਸ਼ਡਿਊਲਡ ਕਮਰਸ਼ੀਅਲ ਬੈਂਕ, ਰੀਜਨਲ ਰੂਰਲ ਬੈਂਕ, ਸਮਾਲ ਫਾਈਨਾਂਸ ਬੈਂਕ, ਆਲ ਇੰਡੀਆ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ। ਸੋ ਇਹਨਾਂ ਦੀ ਮਿਨੀਮਮ ਡਿਨੋਮੀਨੇਸ਼ਨ 5 ਲੱਖ ਦੀ ਹੁੰਦੀ ਹੈ ਤੇ ਉਸ ਤੋਂ ਬਾਅਦ 5 ਲੱਖ ਦਾ ਕੋਈ ਵੀ ਮਲਟੀਪਲ, ਤੇ ਇਹਨਾਂ ਦਾ ਜਿਹੜਾ ਮਿਨੀਮਮ ਟੈਨੋਰ ਆ 7 ਦਿਨਾਂ ਦਾ ਹੁੰਦਾ ਹੈ ਤੇ ਮੈਕਸਿਮਮ 1 ਈਅਰ ਤੱਕ ਇਹਨੂੰ ਹੋਲਡ ਕਰਕੇ ਰੱਖਿਆ ਜਾ ਸਕਦਾ ਹੈ। ਸੋ ਸਾਰੀਆਂ ਹੀ ਸਟੇਟਮੈਂਟ ਜਿਹੜੀਆਂ ਨੇ ਇਹਦੇ ਵਿੱਚ ਕਰੈਕਟ ਨੇ, ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ D। ਨੈਕਸਟ ਆ who have been chosen to carry the Indian flag during the closing ceremony of Paris Paralympics, ਸੋ ਹੁਣ ਇਹ ਪੈਰਾਲੰਪਿਕਸ ਦੀ ਗੱਲ ਹੋ ਰਹੀ ਹੈ। ਸੋ ਇਹਦੇ ਵਿੱਚ ਹਰਵਿੰਦਰ ਸਿੰਘ ਤੇ ਪ੍ਰੀਤੀ ਪਾਲ ਜਿਹੜੇ ਇਹਨਾਂ ਨੇ ਕਲੋਜ਼ਿੰਗ ਸੈਰੇਮਨੀ ਦੇ ਵਿੱਚ ਜਿਹੜਾ ਫਲੈਗ ਹੈ ਹੋਲਡ ਕੀਤਾ ਸੀਗਾ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ D, ਦੈਟ ਇਜ਼ ਬੋਥ B and C। ਨੈਕਸਟ ਆ ਦ ਵਰਲਡਸ ਨੰਬਰ 1 ਟੈਨਿਸ ਪਲੇਅਰ ਜਿਹੜੇ ਕਿ ਇਸ ਵੇਲੇ ਜੈਨਿਕ ਸਿਨਰ ਨੇ, ਇਹਨਾਂ ਨੇ ਹਾਲ ਹੀ ਦੇ ਵਿੱਚ ਆਪਣਾ ਸੈਕਿੰਡ ਗ੍ਰੈਂਡ ਸਲੈਮ ਟਾਈਟਲ ਜਿੱਤਿਆ ਆ US ਓਪਨ ਦੇ ਵਿੱਚ ਟੇਲਰ ਫ੍ਰਿਟਜ਼ ਨੂੰ ਹਰਾ ਕੇ ਫਾਈਨਲ ਦੇ ਵਿੱਚ। ਸੋ ਇਹ ਹੈਗੇ ਨੇ ਇਟਲੀ ਤੋਂ। ਠੀਕ ਹੈ ਜੀ, ਨੈਕਸਟ ਆ ਹੂ ਹੈਜ਼ ਬੀਨ ਅਪੁਆਇੰਟਡ ਐਜ਼ ਇੰਡੀਆ ਨਿਊ ਫਾਈਨਾਂਸ ਸੈਕਟਰੀ, ਸੋ ਇੰਡੀਆ ਦੇ ਨਵੇਂ ਫਾਈਨਾਂਸ ਸੈਕਟਰੀ ਬਣੇ ਨੇ ਤੁਹਿਨ ਕਾਂਤਾ ਪਾਂਡੇ, ਟੀਕੇ ਪਾਂਡੇ ਵੀ ਤੁਸੀਂ ਯਾਦ ਰੱਖ ਸਕਦੇ ਹੋ। ਸੋ ਇਹ ਪਹਿਲਾਂ ਕੈਬਨਿਟ ਸੈਕਟਰੀ ਸੀਗੇ, ਹੁਣ ਕੈਬਨਿਟ ਸੈਕਟਰੀ ਹੈਗੇ ਨੇ ਕਰਨ TV ਸੋਮਨਾਥਨ। ਸੁਮਨ ਬੈਰੀ ਜਿਹੜੇ ਨੇ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਨੇ, ਅਰਵਿੰਦ ਪਾਂਗੜੀਆ ਜਿਹੜੇ 16th ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਨੇ। ਠੀਕ ਹੈ, TV ਸੋਮਨਾਥ ਜਿਹੜੇ ਕੈਬਨਿਟ ਸੈਕਟਰੀ, ਸੋ ਟੀਕੇ ਪਾਂਡੇ ਜਿਹੜੇ ਨਿਊ ਫਾਈਨਾਂਸ ਸੈਕਟਰੀ ਨੇ। ਨੈਕਸਟ ਆ
ਮਾਈਕਲ ਬਾਰਨੀਅਰ ਹੈਜ਼ ਬੀਨ ਇਲੈਕਟਡ ਐਜ਼ ਦਾ ਪ੍ਰਾਈਮ ਮਿਨਿਸਟਰ ਆਫ, ਸੋ ਇਹਨਾਂ ਨੂੰ ਫਰਾਂਸ ਦਾ ਜਿਹੜਾ ਪ੍ਰਾਈਮ ਮਿਨਿਸਟਰ ਅਪਾਇੰਟ ਕੀਤਾ ਗਿਆ ਹਾਲ ਹੀ ਦੇ ਵਿੱਚ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ ਸੀ। ਨੈਕਸਟ ਹੈ ਆਇਡੈਂਟੀਫਾਈ ਕਰੈਕਟ ਅਬਾਊਟ ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ। ਸੋ ਇਹਦੇ ਵਿੱਚ ਜਿਹੜਾ ਆ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਵਿੱਚ ਜਿਹੜਾ ਆ ਉਹ ਸਟੇਟਮੈਂਟ ਦੇਖਣੀ ਹੈ ਕਿ ਕਰੈਕਟ ਕਿਹੜੀ ਹੈ, ਠੀਕ ਹੈ। ਸੋ ਫਸਟ ਹੈਗਾ ਇਟ ਇਜ਼ ਅ ਸੈਂਟਰਲੀ ਸਪਾਂਸਰਡ ਸਕੀਮ ਲਾਂਚਡ ਇਨ 2019। ਸੋ ਸਪਾਂਸਰਡ ਸਕੀਮ ਹੁੰਦੀ ਹੈ ਜਿਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਸਟੇਟਸ ਜਿਹੜੀਆਂ ਸ਼ੇਅਰ ਕਰਦੀਆਂ ਨੇ, ਬਟ ਇਹ ਗਲਤ ਹੈ, ਇਹ ਸੈਂਟਰਲ ਸੈਕਟਰ ਸਕੀਮ ਆ, ਠੀਕ ਹੈ, ਯਾਦ ਰੱਖਿਓ। ਇਹਦੇ ਵਿੱਚ ਗਵਰਨਮੈਂਟ ਆਫ ਇੰਡੀਆ 100% ਫੰਡਿੰਗ ਕਰਦੀ ਹੈ। ਦੂਸਰਾ ਹੈਗਾ ਕਿ ਇਹਦੇ ਵਿੱਚ ਮੇਨਲੀ ਜਿਹੜਾ ਹੈ ਜਿੰਨੇ ਵੀ ਲੈਂਡ ਹੋਲਡਿੰਗ ਸਮਾਲ ਤੇ ਮਾਰਜਨਲ ਫਾਰਮਰਸ ਨੇ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਓਲਡ ਏਜ ਪ੍ਰੋਟੈਕਸ਼ਨ ਜਿਹੜੀ ਪ੍ਰੋਵਾਈਡ ਕਰਨੀ ਇਹਦਾ ਮੇਨ ਮੋਟਿਵ ਹੈ, ਜੋ ਕਿ ਬਿਲਕੁਲ ਸਹੀ ਹੈ। ਤੀਸਰਾ ਹੈਗਾ ਕਿ ਕੋਈ ਵੀ ਸਮਾਲ ਐਂਡ ਮਾਰਜਨਲ ਫਾਰਮਰ ਜਿਹਦੀ ਉਮਰ 18 ਤੋਂ 65 ਸਾਲ ਦੇ ਵਿੱਚ ਹੈ ਤੇ ਉਹਦੀ ਜਿਹੜੀ ਕਲਟੀਵੇਬਲ ਲੈਂਡ ਹੈ ਉਹਦੇ ਕੋਲ 5 ਕਿੱਲੇ ਤੱਕ ਜ਼ਮੀਨ ਹੈਗੀ ਐਜ਼ ਪਰ ਦਾ ਸਟੇਟ ਰਿਕਾਰਡ, ਤੇ ਉਹ ਇਹਦੇ ਲਈ ਐਲੀਜੀਬਲ ਆ। ਤੇ ਚੌਥੀ ਹੈਗੀ ਕਿ ਮਿਨੀਮਮ ਐਸ਼ੋਰਡ ਪੈਨਸ਼ਨ ਜਿਹੜੀ ਹੈ ਅਗਰ ਉਹ 60 ਸਾਲ ਤੋਂ ਉੱਪਰ ਟੱਪ ਜਾਂਦਾ ਤਾਂ 3000 ਦੀ ਪੱਕੀ ਹੋ ਜਾਂਦੀ ਆ। ਸੋ ਇਹਦੇ ਵਿੱਚ ਆਪਾਂ ਕਰੈਕਟ ਸਟੇਟਮੈਂਟ ਆਇਡੈਂਟੀਫਾਈ ਕਰਨੀ ਹੈ ਤੇ ਸਿਰਫ 2 ਤੇ 4 ਕਰੈਕਟ ਹੈ, 1 ਵੀ ਗਲਤ ਹੈ ਕਿਉਂਕਿ ਇਹ ਸੈਂਟਰਲ ਸੈਕਟਰ ਸਕੀਮ ਹੈ, ਆਲਦੋ ਕਿ ਇਟ ਵਾਸ ਲਾਂਚ ਇਨ 2019 ਹੈ, ਬਿਲਕੁਲ ਠੀਕ ਹੈ। ਤੇ ਥਰਡ ਸਟੇਟਮੈਂਟ ਵੀ ਇਨਕਰੈਕਟ ਹੈ ਕਿਉਂਕਿ ਇਹਦੇ ਵਿੱਚ 18 ਤੋਂ ਲੈ ਕੇ 40 ਸਾਲ ਦੇ ਫਾਰਮਰਸ ਐਲੀਜੀਬਲ ਨੇ ਤੇ 5 ਕਿੱਲੇ ਤੱਕ ਦੇ ਨਹੀਂ, 2 ਕਿੱਲੇ ਤੱਕ ਦੇ ਜਿਹੜੇ ਫਾਰਮਰਸ ਨੇ ਉਹ ਇਹਦੇ ਵਾਸਤੇ ਐਲੀਜੀਬਲ ਨੇ। ਸੋ ਇਹ ਵੀ ਕਰੈਕਟ ਕਰ ਲਿਓ, ਠੀਕ ਹੈ। ਸੋ ਦਾ ਰਾਈਟ ਆਂਸਰ ਇੱਥੇ ਆਏਗਾ ਆਪਸ਼ਨ 2 ਐਂਡ 4, ਦੈਟ ਇਜ਼ ਬੀ। ਨੈਕਸਟ ਹੈ which program is guided by towards 1000 strategy। ਸੋ ਇਹ ਜਿਹੜਾ ਪ੍ਰੋਗਰਾਮ ਬੇਸਿਕਲੀ ਇੰਟਰਨੈਸ਼ਨਲ ਸੋਲਰ ਅਲਾਈਅੰਸ ਦਾ ਹੀ ਮੇਨ ਮੋਟਿਵ ਆ। ਇਹਦੇ ਵਿੱਚ 1000 ਸਟ੍ਰੈਟਜੀ ਕੀ ਆ, ਇਹ ਕਹਿੰਦੇ ਆ ਕਿ ਪਹਿਲਾਂ ਤੇ ਜਿਹੜੇ 1000 ਬਿਲੀਅਨ ਡਾਲਰਸ ਆਪਾਂ ਨੇ ਇਕੱਠੇ ਕਰਨੇ ਆ ਇਨਵੈਸਟਮੈਂਟ ਜਿਹੜੀ ਕਿ ਸੋਲਿਊਸ਼ਨਸ ਪ੍ਰੋਵਾਈਡ ਕਰੂਗੀ 2030 ਤੱਕ, ਠੀਕ ਹੈ, ਮਤਲਬ ਕਿ ਰੀਨਿਊਏਬਲ એનર્ਜੀ ਸੋਰਸਿਸ ਦੇ ਰਿਲੇਟਡ। ਦੂਸਰਾ ਇਹ ਕਹਿੰਦੇ ਕਿ 1000 ਮਿਲੀਅਨ ਪੀਪਲ ਤੱਕ ਆਪਾਂ ਕਲੀਨ એનર્ਜੀ ਦੀ ਐਕਸੈਸ ਪ੍ਰੋਵਾਈਡ ਕਰਨੀ ਹੈ। ਤੇ ਤੀਸਰਾ ਇਹ ਕਹਿੰਦੇ ਆ ਕਿ ਘੱਟੋ ਘੱਟ 1000 ਗੀਗਾਵਾਟ ਜਿਹੜਾ ਆ ਉਹ ਸੋਲਰ ਕੈਪੈਸਿਟੀ ਆਪਾਂ ਨੇ ਇੰਸਟਾਲ ਕਰਨੀ ਹੈ। ਸੋ ਇਹ ਬੇਸਿਕਲੀ 3 ਇਹਦੇ ਟੁਵਰਡਸ 1000 ਸਟ੍ਰੈਟਜੀ ਦੇ ਅੰਡਰ ਜਿਹੜਾ ਇੰਟਰਨੈਸ਼ਨਲ ਸੋਲਰ ਅਲਾਈਅੰਸ ਦਾ ਮੇਨ ਮੋਟਿਵ ਹੈ। ਨੈਕਸਟ ਹੈ ਆਇਡੈਂਟੀਫਾਈ ਕਰੈਕਟ ਅਬਾਊਟ ਕਲਾਈਮੇਟ ਐਂਡ ਕਲੀਨ ਏਅਰ ਕੋਅਲੀਸ਼ਨ। ਸੋ ਇਹਦੇ ਵਿੱਚ ਜਿਹੜੀ ਫਰਸਟ ਸਟੇਟਮੈਂਟ ਹੈ ਦੈਟ ਇਜ਼ ਫਾਊਂਡਡ ਇਨ 2012 and convened with UNEP, that is United Nation Environment Program। ਸੋ ਇਹ ਜਿਹੜੀ ਕਲੀਨ ਏਅਰ ਕੋਅਲੀਸ਼ਨ ਹੈ ਵੋਲੰਟਰੀ ਪਾਰਟਨਰਸ਼ਿਪ ਆ ਜਿਹਦੇ ਵਿੱਚ 160 ਤੋਂ ਉੱਪਰ ਗਵਰਨਮੈਂਟਸ, ਇੰਟਰ ਗਵਰਨਮੈਂਟਲ ਆਰਗੇਨਾਈਜੇਸ਼ਨ ਤੇ NGOs ਇਨਵੋਲਵਡ ਨੇ। ਇੰਡੀਆ ਨੇ ਇਹਨੂੰ 2019 ਦੇ ਵਿੱਚ ਜੁਆਇਨ ਕੀਤਾ ਸੀਗਾ। ਇਹਦਾ ਮੇਨ ਮੋਟਿਵ ਹੈਗਾ ਜਿਹੜੇ ਸ਼ਾਰਟ ਲਿਵਡ ਕਲਾਈਮੇਟ ਪੋਲਿਊਟੈਂਟਸ ਨੇ ਜਿੱਦਾਂ ਮਿਥੇਨ, ਬਲੈਕ ਕਾਰਬਨ, ਹਾਈਡਰੋਫਲੋਰੋਕਾਰਬਨ, ਟ੍ਰੋਪੋਸਫੇਰਿਕ ਜ਼ੋਨ, ਜਿਹੜੀਆਂ ਕਿ ਸ਼ਾਰਟ ਲਿਵਡ ਨੇ ਬਟ ਇਹਨਾਂ ਦਾ ਪੋਟੈਂਸ਼ੀਅਲ ਕਾਰਬਨ ਡਾਈਆਕਸਾਈਡ ਤੋਂ ਵੀ ਜ਼ਿਆਦਾ, ਜਿੱਦਾਂ ਮਿਥੇਨ ਦਾ ਪੋਟੈਂਸ਼ੀਅਲ ਜਿਹੜਾ ਹੈ ਗਲੋਬਲ ਵਾਰਮਿੰਗ ਦਾ ਕਾਰਬਨ ਡਾਈਆਕਸਾਈਡ ਤੋਂ ਵੀ ਜ਼ਿਆਦਾ ਆ। ਸੋ ਇਹਨਾਂ ਨੂੰ ਜਿਹੜਾ ਰਿਡਿਊਸ ਕਰਨਾ। ਸੋ ਤਿੰਨੇ ਹੀ ਸਟੇਟਮੈਂਟ ਜਿਹੜੀਆਂ ਕਰੈਕਟ ਹੈ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ ਸੀ। ਨੈਕਸਟ ਹੈ ਗੋਵਿੰਦ ਬੱਲਭ ਪੰਤ। ਸੋ ਇਹ ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਇਹਨਾਂ ਦੀ ਬਰਥ ਐਨਵਰਸਰੀ ਤੇ ਯਾਦ ਕੀਤਾ ਗਿਆ ਸੀ। ਸੋ ਇਹ ਯੂਪੀ ਦੇ ਫਰਸਟ ਚੀਫ ਮਿਨਿਸਟਰ ਰਹੇ ਨੇ। ਸੋ ਗੋਵਿੰਦ ਬੱਲਭ ਪੰਤ ਸਾਗਰ ਜਿਹੜਾ ਰਿਜ਼ਰਵਾਇਰ ਵੀ ਇਹਨਾਂ ਦੇ ਨਾਮ ਦੇ ਉੱਤੇ ਬਣਾਇਆ ਗਿਆ ਆ। Recently ReAIM that is responsible AI in military domain summit ਇਹ ਹੋਈ ਸੀਗੀ ਸਿਓਲ ਸਾਊਥ ਕੋਰੀਆ ਦੇ ਵਿੱਚ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ ਡੀ। ਨੈਕਸਟ ਹੈ ਰੀਸੈਂਟਲੀ ਸਵਾਨਵੇ ਪਲੇਟਫਾਰਮ। ਸੋ ਸਵਾਨਵੇ ਪਲੇਟਫਾਰਮ ਜਿਹੜਾ ਆ ਇਹ ਲਾਂਚ ਕੀਤਾ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਨੇ, ਠੀਕ ਹੈ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ ਬੀ, ਸੌਰੀ, ਠੀਕ ਹੈ। ਸੋ ਸਵਾਨਵੇ ਪਲੇਟਫਾਰਮ ਬੇਸਿਕਲੀ ਹੈ ਕੀ ਆ, ਇਹ ਇੱਕ ਤਰ੍ਹਾਂ ਦਾ ਜੁਆਇੰਟ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਫੈਸਿਲੀਟੇਸ਼ਨ ਸਿਸਟਮ ਆ, ਠੀਕ ਹੈ, ਜਿੱਦਾਂ ਕਿ ਜਿੰਨੇ ਵੀ ਸਾਈਬਰ ਕ੍ਰਾਈਮ ਰਿਲੇਟਡ ਜੋ ਵੀ ਡੇਟਾ ਸ਼ੇਅਰਿੰਗ, ਜੋ ਵੀ ਕ੍ਰਾਈਮ ਮੈਪਿੰਗ ਵਗੈਰਾ ਹੁੰਦੀ ਹੈ, ਸੋ ਉਹਨਾਂ ਵਾਸਤੇ 1 ਸਟਾਪ ਪੋਰਟਲ ਹੋਏਗਾ ਇਹ। ਨੈਕਸਟ ਹੈ ਰੀਸੈਂਟਲੀ ਵਿਚ ਕੰਟਰੀ ਵਾਸ ਕਰਾਊਂਡ ਐਜ਼ ਦਾ ਬੈਸਟ ਕੰਟਰੀ ਇਨ ਦਾ ਵਰਲਡ। ਸੋ ਸਵਿਟਜ਼ਰਲੈਂਡ ਜਿਹੜਾ ਆ ਬਣਿਆ ਆ, ਆਪਸ਼ਨ ਇਜ਼ ਏ। ਨੈਕਸਟ ਹੈ ਆਇਡੈਂਟੀਫਾਈ ਕਰੈਕਟ ਅਬਾਊਟ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ। ਸੋ ਇਹਦਾ ਮੇਨ ਮਕਸਦ ਹੈਗਾ ਆ ਕਿ ਜਿਹੜੀ ਫਿਸ਼ ਪ੍ਰੋਡਕਸ਼ਨ ਆ ਉਹਨੂੰ 22 ਮਿਲੀਅਨ ਮੈਟ੍ਰਿਕ ਟਨਸ ਤੱਕ ਵਧਾਇਆ ਜਾਵੇ ਤੇ ਜਿਹੜੇ ਪੋਸਟ ਹਾਰਵੈਸਟ ਲਾਸਿਸ ਹੁੰਦੇ ਨੇ ਉਹਨਾਂ ਨੂੰ 20-25% ਤੋਂ ਘਟਾ ਕੇ ਘੱਟੋ ਘੱਟ 10% ਤੱਕ ਲਿਆਂਦਾ ਜਾਏ। ਸੋ ਇਹਦੇ ਜਿਹੜੇ ਕੰਪੋਨੈਂਟਸ ਨੇ ਉਹਦੇ ਵਿੱਚ ਕੁਝ ਸੈਂਟਰਲ ਸੈਕਟਰ ਵੀ ਨੇ ਤੇ ਕੁਝ ਸੈਂਟਰਲੀ ਸਪਾਂਸਰਡ ਵੀ ਨੇ। ਸੋ ਦੋਨੋਂ ਹੀ ਸਟੇਟਮੈਂਟਸ ਕਰੈਕਟ ਹੈ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ ਸੀ। ਨੈਕਸਟ ਹੈ PME ਡਰਾਈਵ। PME ਡਰਾਈਵ ਦੇ ਬਾਰੇ ਜਿਹੜਾ ਆ ਇਹਦਾ ਇੱਕ ਤਾਂ ਫੁੱਲ ਫਾਰਮ ਹੈਗੀ ਹੈ
PM ਇਲੈਕਟ੍ਰਿਕ ਡਰਾਈਵ ਰੈਵੋਲੂਸ਼ਨ ਇਨ ਇਨੋਵੇਟਿਵ ਵਹੀਕਲ ਐਨਹਾਂਸਮੈਂਟ। ਸੋ ਮਿਨਿਸਟਰੀ ਆਫ ਹੈਵੀ ਇੰਡਸਟਰੀਜ਼ ਦੀ ਇਹ ਜਿਹੜੀ ਹੈ ਸਕੀਮ ਹੈਗੀ ਹੈ। ਸੋ ਇਹ ਫੇਮ ਸਕੀਮ ਨੂੰ ਰਿਪਲੇਸ ਕਰੇਗੀ ਜਿਹੜੀ ਕਿ ਫਾਸਟਰ ਅਡੋਪਸ਼ਨ ਐਂਡ ਮੈਨੂਫੈਕਚਰਿੰਗ ਆਫ ਹਾਈਬ੍ਰਿਡ ਐਂਡ ਇਲੈਕਟ੍ਰਿਕ ਵਹੀਕਲਸ ਸਕੀਮ ਆਈ ਸੀਗੀ, ਜਿਹਦੇ ਵਿੱਚ ਇਲੈਕਟ੍ਰਿਕ ਵਹੀਕਲਸ ਦੀ ਮੈਨੂਫੈਕਚਰਿੰਗ ਐਂਡ ਇੰਡੀਜੀਨਸ ਮੈਨੂਫੈਕਚਰਿੰਗ ਨੂੰ ਪ੍ਰਮੋਟ ਕੀਤਾ ਗਿਆ ਸੀਗਾ। ਸੋ ਇਹ ਜਿਹੜੀ PM ਈ ਡਰਾਈਵ ਹੈ, ਇਹਦੇ ਵਿੱਚ ਹੁਣ ਜਿਹੜੇ ਪਬਲਿਕ ਚਾਰਜਿੰਗ ਸਟੇਸ਼ਨਸ ਨੇ ਇਲੈਕਟ੍ਰਿਕ ਵਹੀਕਲਸ ਵਾਸਤੇ ਉਹਨਾਂ ਨੂੰ ਇੰਸਟਾਲ ਕੀਤਾ ਜਾਏਗਾ ਕੁਝ ਸਿਲੈਕਟਿਡ ਸਿਟੀਜ਼ ਦੇ ਵਿੱਚ ਤੇ ਸਿਲੈਕਟਿਡ ਹਾਈਵੇਜ਼ ਦੇ ਵਿੱਚ, ਠੀਕ ਹੈ। ਸੋ ਇਹ ਬੜੀ ਦਿੱਕਤ ਆਉਂਦੀ ਹੈ ਚਾਰਜਿੰਗ ਦੀ ਇਹਨਾਂ ਗੱਡੀਆਂ ਨੂੰ। ਸੋ ਵਧੀਆ ਹੀ ਹੋਊਗਾ ਅਗਰ ਇਹ ਸਕੀਮ ਦੇ ਅੰਡਰ ਛੇਤੀ ਛੇਤੀ ਇੰਸਟਾਲ ਹੋ ਜਾਣ। ਸੋ ਇਹਦਾ ਰਾਈਟ ਆਂਸਰ ਆਏਗਾ ਆਪਸ਼ਨ C, ਦੈਟ ਇਜ਼ 1 2 3। ਨੈਕਸਟ ਹੈ ਰੀਸੈਂਟਲੀ ਨਿਊਜ਼ ਗਿਲਕਨਾਸ਼ ਗੈਸ ਫੀਲਡ। ਸੋ ਇਹ ਜਿਹੜੀਆਂ ਗਿਲਕਨਾਸ਼ ਗੈਸ ਫੀਲਡਸ ਨੇ ਦੋਜ਼ ਆਰ ਲੋਕੇਟਡ ਇਨ ਤੁਰਕਮੇਨਿਸਤਾਨ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ B। ਨੈਕਸਟ ਆ ਐਕਸਰਸਾਈਜ਼ ਅਲ ਨਾਜਾ। ਸੋ ਇਹ ਬਾਈਐਨਲੀ ਹੁੰਦੀ ਹੈ, 2015 ਤੋਂ ਲਗਾਤਾਰ ਹੋ ਰਹੀ ਹੈ ਇੰਡੀਆ ਤੇ ਓਮਾਨ ਦੇ ਵਿੱਚ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ A। ਨੈਕਸਟ ਹੈ ਇੰਡੀਆ ਪਾਰਟਿਸਿਪੇਟਡ ਇਨ ਬ੍ਰਿਕਸ ਲਿਟਰੇਚਰ ਫੋਰਮ 2024। ਸੋ ਇਹਦਾ ਥੀਮ ਸੀਗਾ ਵਰਲਡ ਲਿਟਰੇਚਰ ਇਨ ਨਿਊ ਰਿਐਲਿਟੀ ਡਾਇਲੌਗ ਆਫ ਟ੍ਰੈਡੀਸ਼ਨ ਨੈਸ਼ਨਲ ਵੈਲਿਊਜ਼ ਐਂਡ ਕਲਚਰ। ਸੋ ਇਹ ਜਿਹੜੀ ਹੈ ਕਾਜ਼ਨ ਰਸ਼ੀਆ ਦੇ ਵਿੱਚ ਹੋ ਰਹੀ ਹੈ। ਐਂਡ ਰੀਸੈਂਟਲੀ ਬ੍ਰਿਕਸ ਸਮਿਟ ਨੇ ਜਿਹੜਾ ਹੈ ਕਾਜ਼ਨ ਡੈਕਲੇਰੇਸ਼ਨ ਵੀ ਅਡੋਪਟ ਕੀਤੀ ਹੈ। ਸੋ ਇਨ ਕੇਸ ਤੁਹਾਨੂੰ ਪੇਪਰ ਦੇ ਵਿੱਚ ਆ ਜਾਏ ਕਿ ਕਾਜ਼ਨ ਡੈਕਲੇਰੇਸ਼ਨ ਇਜ਼ ਰਿਲੇਟਡ ਟੂ ਵਿਚ ਗਰੁੱਪ, ਸੋ ਇਹ ਹੈਗਾ ਇਟ ਇਜ਼ ਰਿਲੇਟਡ ਟੂ ਬ੍ਰਿਕਸ, ਠੀਕ ਹੈ, ਇਹ ਵੀ ਯਾਦ ਰੱਖਿਓ। ਨੈਕਸਟ ਹੈ ਵਿਚ ਕੰਟਰੀ ਹੈਜ਼ ਬੀਨ ਓਫੀਸ਼ੀਅਲੀ ਆਥੋਰਾਈਜ਼ਡ ਟੂ ਜੁਆਇਨ ਬ੍ਰਿਕਸ ਨਿਊ ਡਿਵੈਲਪਮੈਂਟ ਬੈਂਕ। ਸੋ ਇਹ ਅਲਜੀਰੀਆ ਜਿਹੜਾ ਲੇਟੈਸਟ ਕੰਟਰੀ ਬਣਿਆ ਜਿਹਨੇ ਕਿ ਬ੍ਰਿਕਸ ਦਾ ਨਿਊ ਡਿਵੈਲਪਮੈਂਟ ਬੈਂਕ ਜੁਆਇਨ ਕੀਤਾ ਹੈ, ਜਿਹਦੇ ਕਿ ਹੈੱਡਕੁਆਟਰਸ ਸ਼ੰਘਾਈ ਚਾਈਨਾ ਦੇ ਵਿੱਚ ਨੇ, ਠੀਕ ਹੈ। ਐਂਡ ਇਹਦੇ ਜਿਹੜੇ ਨਿਊ ਡਿਵੈਲਪਮੈਂਟ ਬੈਂਕ ਦੇ ਪ੍ਰੈਜ਼ੀਡੈਂਟ ਹੈਗੇ ਨੇ ਹੀ ਇਜ਼ ਡਿਲਮਾ ਰੂਸਫ, ਠੀਕ ਹੈ। ਸੋ ਇਹ ਵੀ ਯਾਦ ਰੱਖਿਓ। ਨੈਕਸਟ ਹੈ ਆइडेंटिफाई करेक्ट अबाउट भास्कर इनिशिएटिव है, बहुत इंपॉर्टेंट आ क्योंकि रिसेंटली आया है। सो डिपार्टमेंट ऑफ प्रमोशन ऑफ इंडस्ट्री एंड इंटरनल ट्रेड जो मिनिस्ट्री ऑफ कॉमर्स एंड इंडस्ट्रीज के अंडर है इन्हें लॉन्च किया है। इसका प्राइमरी गोल हैगा आ कि वर्ल्ड की लार्जेस्ट डिजिटल रजिस्ट्री बनानी जिन्ने भी स्टार्टअप इकोसिस्टम के विच स्टेक होल्डर्स आते हैं उन्होंने, ठीक है। सो दोनों ही स्टेटमेंट्स करैक्ट ने। सो द राइट आंसर इज ऑप्शन सी। सो रीसेंटली न्यूज़ के करंट लोकपाल है जस्टिस AM खानविलकर। सो द राइट आंसर इज ऑप्शन ए। नैक्सट है रीसेंटली इंडिया ने जो ऑपरेशन सद्भाव लॉन्च किया है। सो ये बेसिकली ह्यूमैनिटेरियन असिस्टेंस ते डिजास्टर रिलीफ देने वास्ते किया है लाओस, म्यांमार ते वियतनाम नूं। सो द राइट आंसर इज ऑप्शन डी। नैक्सट आइडेंटिफाई करैक्ट। सो इंजीनियर्स डे सैलीब्रेटेड एवरी ईयर ऑन 15 अक्तूबर। ये M विश्वेश्वरैया जिहड़े उन्होंने बर्थ एनिवर्सरी नूं याद किया जाता है। इन्हों नाइट कमांडर ऑफ द ऑर्डर ऑफ इंडियन एम्पायर ब्रिटिश गवर्नमेंट ने 1915 के दिता सी ते 1955 के भारत रत्न अवार्ड भी मिलिया है। सो सैकेंड ते थर्ड स्टेटमेंट करैक्ट है बट फर्स्ट गलत है। अक्तूबर 15 नहीं आना, इत्थे आना है सितंबर 15, ठीक है। 15 सितंबर नूं जिहड़ा इंजीनियर्स डे आपां मनाने आ। सो द राइट आंसर इज ऑप्शन 2 एंड 3, दैट इज बी ऑप्शन। नैक्सट है रीसेंटली आतिशी मारलेना। सो इन्हों चीफ मिनिस्टर अपॉइंट किया गया दिल्ली का अरविंद केजरीवाल वालों। रीसेंटली लॉन्च सुभद्रा एक फ्लैगशिप इनिशिएटिव है उड़ीसा गवर्नमेंट का जिहदे विच 1 करोड़ जिहड़ियां वुमेन है स्टेट दियां उन्होंने बेनिफिट दिता जाऊगा। सो द राइट आंसर इज ऑप्शन बी। नैक्सट है रीसेंटली विच स्टेट और यूटी हैज़ लॉन्च थीम सॉन्ग वोट का त्योहार। सो जम्मू एंड कश्मीर ने लॉन्च किया सी, अपन पता ही है असैम्बली इलैक्शनस हुई ने रीसेंटली। नैक्सट है रीसेंटली हू वन द बेस्ट लीड एक्टर इन ड्रामा सीरीज़। सो ये एमी अवार्ड्स जोड़े ड्रामा सीरीज़ के दिते जाते हैं। सो लॉस एंजलस पीकॉक थिएटर के अवार्ड्स दिते गए 76 अवार्ड्स ने। सो लीड एक्टर का अवार्ड जो हिरोयुकी सनत नूं मिलिया आ, ये भी याद रखियो। प्लस नाल ये भी याद रखियो जो लीड एक्ट्रैस का अवार्ड आ, ठीक है, लीड एक्ट्रैस का अवार्ड एना स्वाई नूं मिलिया आ। ते नाल ये भी याद रखियो कि जिहड़ा अपना बेस्ट डायरैक्शन या कह लो ड्रामा सीरीज़ दे विच अवार्ड जिहड़ा आ फ्रैडरिक ईओ टॉय नूं मिलिया आ, ठीक है जी। सो इस तो इलावा जिहड़ा बेस्ट आउटस्टैंडिंग ड्रामा का अवार्ड आ वो शोगुन नूं मिलिया आ, आउटस्टैंडिंग ड्रामा, ठीक है, ये भी याद रख लो। नैक्सट आइडेंटिफाई करैक्ट अबाउट बैटल ऑफ सारागढ़ी। सो बैटल ऑफ सारागढ़ी जी ब्रिटिश राज के जिन्होंने रिप्रजेंट किया 36 रेजिमेंट के 21 सोल्जर्स ने। सो ये एक्चुअली तीरा कंपेन लॉन्च की सी ब्रिटिशर्स ने जोड़े अफरीदी ते औरकजाई ट्राइब से मिलिटेंट से उन्होंने दे अगेंस्ट, ठीक है। सो ये तीरा कंपेन जी है ये तीरा जो रीजन आ ये बेसिकली प्रेजेंट डे पाकिस्तान के लाई करता है, ठीक है जी। एंड सारागढ़ी जी एक बड़ी इंपॉर्टेंट कम्यूनीकेशन पोस्ट सी उस टाइम के उत्ते जो पाकिस्तान का एक पिंड है कोहत उत्थे पैंदा समाणा रेंज के विच, ठीक है। सो ये 6 सोल्जर्स जोड़े से इन्होंने हवलदार ईश्वर सिंह ने लीड किया। एंड लड़ाई जी 12 सितंबर 1897 हुई सी। सो तिने ही स्टेटमेंट करैक्ट ने। सो द राइट आंसर इज ऑप्शन बी।
ਨੈਕਸਟ ਹੈ ਰੀਸੈਂਟਲੀ ਇਨ ਨਿਊਜ਼ ਭੂਤ ਜਲੋਕੀਆ। ਸੋ ਭੂਤ ਜਲੋਕੀਆ ਜਿਹੜੀ ਇੱਕ ਚਿਲੀ ਦੀ ਵੈਰਾਈਟੀ ਆ ਜਿਹਨੂੰ GI ਟੈਗ ਵੀ ਮਿਲਿਆ ਸੀਗਾ 2008 ਦੇ ਵਿੱਚ, ਐਂਡ ਇਹ ਵਰਲਡ ਦੀ ਵਨ ਆਫ ਦੀ ਹੌਟੈਸਟ ਚਿਲੀਜ਼ ਹੈ, ਠੀਕ ਹੈ। ਐਂਡ ਇਹਦੀ ਮਤਲਬ ਕਿ ਸਕੋਵਲ ਜਿਹੜੇ ਹੀਟ ਯੂਨਿਟਸ ਆ ਉਹਦੇ ਵਿੱਚ 1 ਮਿਲੀਅਨ ਸਕੇਲ ਨੂੰ ਵੀ ਇਹ ਜਿਹੜਾ ਐਕਸੀਡ ਕਰ ਜਾਂਦੀ, ਇੰਨੀ ਮਤਲਬ ਤਿੱਖੀ ਮਿਰਚ ਹੈ। ਨੈਕਸਟ ਹੈ ਇੰਡੀਆ ਦਾ ਫਸਟ ਕਾਰਬਨ ਡਾਈਆਕਸਾਈਡ ਟੂ ਮੀਥੇਨੋਲ ਪਾਇਲਟ ਪਲਾਂਟ ਜਿਹੜਾ ਹੈ ਪੂਨੇ ਮਹਾਰਾਸ਼ਟਰ ਦੇ ਵਿੱਚ ਪ੍ਰਪੋਜ਼ ਕੀਤਾ ਗਿਆ ਆ, ਜਿਹਦੇ ਵਿੱਚ ਕਾਰਬਨ ਡਾਈਆਕਸਾਈਡ ਤੋਂ ਮਿਥੇਨੋਲ ਜਿਹੜੀ ਆ ਕ੍ਰੀਏਟ ਕੀਤੀ ਜਾਊਗੀ। ਨੈਕਸਟ ਹੈ ਇੰਟਰਨੈਸ਼ਨਲ ਰਾਈਨੋ ਡੇ ਫਾਊਂਡੇਸ਼ਨ ਨੇ ਸਟੇਟ ਆਫ ਰਾਈਨੋ ਰਿਪੋਰਟ ਹੈ, ਇਹ ਵੀ ਯਾਦ ਰੱਖਿਓ, ਠੀਕ ਹੈ, ਕਿੰਨੇ ਕੀਤੀ ਹੈ ਪਬਲਿਸ਼। ਤੋ ਇਹਦਾ ਜਿਹੜਾ ਗ੍ਰੇਟਰ 1 ਹੋਰਨ ਰਾਈਨੋ ਦਾ ਜੋ IUCN ਸਟੇਟਸ ਆ ਦੈਟ ਇਜ਼ ਵਲਨਰੇਬਲ, ਸੋ ਦਾ ਰਾਈਟ ਆਨਸਰ ਇਜ਼ ਆਪਸ਼ਨ C। ਸੋ ਜਾਰਡਨ ਜਿਹੜਾ ਆ ਇਹਨੂੰ ਹਾਲ ਹੀ ਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਡਿਕਲੇਅਰ ਕੀਤਾ ਆ ਫਸਟ ਕੰਟਰੀ ਬਣੀ ਆ ਵਰਲਡ ਦੇ ਵਿੱਚ ਜਿਹਨੇ ਲੈਪਰੋਸੀ ਜਿਹਨੂੰ ਆਪਾਂ ਕੋਹੜ ਕਹਿੰਦੇ ਆ, ਸੋ ਉਹਨੂੰ ਐਲੀਮੀਨੇਟ ਕਰ ਦਿੱਤਾ ਆ। ਨੈਕਸਟ ਆ recently an action plan margdarshika has been launched by which ministry? So margdarshika basically standard operating procedures ਨੇ ਜਿਹੜੇ ਕਿ white revolution 2 ਦੇ ਲਈ ਲਾਂਚ ਕੀਤੇ ਗਏ ਨੇ 2.0। ਸੋ white revolution is related to the production of milk, ਠੀਕ ਹੈ। ਸੋ ਇਹ ਲਾਂਚ ਕੀਤੇ ਮਿਨਿਸਟਰੀ ਆਫ ਕੋਆਪਰੇਸ਼ਨ ਨੇ, ਸੋ ਦਾ ਰਾਈਟ ਆਨਸਰ ਇਜ਼ ਆਪਸ਼ਨ A। ਨੈਕਸਟ ਹੈ ਦ ਗੋਬਰਧਨ ਪਲਾਂਟ। ਸੋ ਇਹ 2022 ਦੇ ਵਿੱਚ ਸਟੈਬਲਿਸ਼ ਕੀਤਾ ਗਿਆ ਏਸ਼ੀਆ ਦਾ ਲਾਰਜੈਸਟ ਮਿਊਨਸੀਪਲ ਸੋਲਿਡ ਵੇਸਟ ਬੇਸਡ ਫੈਸਿਲਿਟੀ ਹੈ, ਜਿਹੜੀ ਕਿ 17,000 ਕਿਲੋ ਤੋਂ ਵੀ ਉੱਪਰ ਜਿਹੜੀ ਹੈ ਬਾਇਓ CNG ਡੇਲੀ ਪ੍ਰੋਡਿਊਸ ਕਰਦੀ ਪਈ ਹੈ, ਐਂਡ ਇਹ ਇੰਦੌਰ ਦੇ ਵਿੱਚ ਲੋਕੇਟਡ ਆ, ਠੀਕ ਹੈ। ਸੋ ਦਾ ਰਾਈਟ ਆਨਸਰ ਇਜ਼ ਆਪਸ਼ਨ C। ਨੈਕਸਟ ਹੈ ਨਿਖਾਤ ਜ਼ਰੀਨ, ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਤੇਲੰਗਾਨਾ ਪੁਲਿਸ ਜੁਆਇਨ ਕੀਤਾ ਐਜ਼ ਅ DSP। ਸੋ ਸ਼ੀ ਇਜ਼ ਐਸੋਸੀਏਟਡ ਵਿਦ ਬਾਕਸਿੰਗ, ਸੋ ਦਾ ਰਾਈਟ ਆਨਸਰ ਇਜ਼ ਆਪਸ਼ਨ B। ਨੈਕਸਟ ਆ ਰੀਸੈਂਟਲੀ 7th ਐਡੀਸ਼ਨ ਜਿਹੜੀ ਐਕਸਰਸਾਈਜ਼ ਈਸਟਰਨ ਬ੍ਰਿਜ ਦੀ ਇਹ ਇੰਡੀਅਨ 에ਅਰਫੋਰਸ ਤੇ ਓਮਾਨ ਦੀਆਂ 에ਅਰਫੋਰਸਿਸ ਦੇ ਵਿੱਚ ਹੋਈ ਹੈ, ਸੋ ਦਾ ਰਾਈਟ ਆਨਸਰ ਇਜ਼ ਆਪਸ਼ਨ A। ਨੈਕਸਟ ਹੈ ਕੁਆਡਰੀਲੇਟਰਲ ਸਿਕਿਉਰਿਟੀ ਡਾਇਲਾਗ, ਕੁਆਡ ਦੇ ਰਿਲੇਟਡ ਜਿਹੜਾ ਆ ਫੇਰ ਕੁਐਸਚਨ ਆ ਗਿਆ। ਇੱਕ ਮਿਲਟਰੀ ਅਲਾਇੰਸ ਨਹੀਂ ਹੈਗਾ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ, ਸਟ੍ਰੈਟੇਜਿਕ ਡਿਪਲੋਮੈਟਿਕ ਪਾਰਟਨਰਸ਼ਿਪ ਹੈ ਆਸਟ੍ਰੇਲੀਆ, ਇੰਡੀਆ, ਜਾਪਾਨ ਤੇ US ਦੇ ਵਿੱਚ। ਸੋ 2025 ਦੀ ਜਿਹੜੀ ਸਮਿਟ ਹੈ ਇਹਨੂੰ ਇੰਡੀਆ ਹੋਸਟ ਕਰੂਗਾ, ਐਂਡ ਰੀਸੈਂਟਲੀ 6th ਕੁਆਡ ਲੀਡਰ ਸਮਿਟ ਜਿਹੜੀ ਆ ਇਹ ਟੋਕੀਓ ਜਾਪਾਨ ਦੇ ਵਿੱਚ ਨਹੀਂ ਹੋਈ ਹੈ, ਇਹ ਹੋਈ ਹੈ ਵਿਲਮਿੰਗਟਨ USA ਦੇ ਵਿੱਚ, ਠੀਕ ਹੈ, ਵਿਲਮਿੰਗਟਨ USA। ਸੋ ਇਹਦੇ ਵਿੱਚ 1 ਤੇ 2 ਹੀ ਕਰੈਕਟ ਹੈ, ਸੋ ਦਾ ਰਾਈਟ ਆਨਸਰ ਇਜ਼ ਆਪਸ਼ਨ A। ਨੈਕਸਟ ਆ ਰੀਸੈਂਟਲੀ ਵਿਦ ਵਿਚ ਕੰਟਰੀ ਇੰਡੀਆ ਇੰਕ ਪੈਕਟ ਟੂ ਸੈਟ ਅਪ ਸੈਮੀ ਕੰਡਕਟਰ ਫੈਬਰੀਕੇਸ਼ਨ ਪਲਾਂਟ। ਨੈਸ਼ਨਲ ਸਿਕਿਉਰਿਟੀ ਵਾਸਤੇ ਇੰਡੀਆ ਜਿਹੜਾ ਸੈਮੀ ਕੰਡਕਟਰ ਫੈਬਰੀਕੇਸ਼ਨ ਪਲਾਂਟ ਜਿਹੜਾ ਆ ਇਹ ਸੈਟਅਪ ਕਰਨ ਜਾ ਰਿਹਾ ਆ। ਸੋ ਇਹਦੇ ਵਾਸਤੇ ਇੰਡੀਆ ਨੇ USA ਦੇ ਨਾਲ ਪੈਕਟ ਜਿਹੜਾ ਸਾਈਨ ਕੀਤਾ ਆ, ਬਹੁਤ ਇੰਪੋਰਟੈਂਟ ਕੁਐਸਚਨ ਆ। ਸੋ ਯੂਜੂਅਲ ਸਟੇਟਸ ਕਰੰਟ ਵੀਕਲੀ ਸਟੇਟਸ ਆਲਰੇਡੀ ਆਸਕਡ ਇਨ PPSC। ਸੋ ਇਹ ਜਿਹੜਾ ਅਨਇੰਪਲੋਇਮੈਂਟ ਨਾਲ ਰਿਲੇਟਡ ਹੈ। ਯੂਜੂਅਲ ਸਟੇਟਸ ਦੇ ਵਿੱਚ ਜਿਹੜਾ ਆ ਪਿਛਲੇ ਜਿੱਦਾਂ ਮਤਲਬ ਦੇਖਿਆ ਜਾਂਦਾ ਆ 365 ਡੇਜ਼ ਆਈ ਥਿੰਕ ਦੇਖਿਆ ਜਾਂਦਾ, ਪ੍ਰੀਵੀਅਸ ਮੈਨੂੰ ਥੋੜ੍ਹਾ ਜਿਹਾ ਭੁੱਲ ਗਿਆ ਇਹਨੂੰ, ਠੀਕ ਹੈ, ਦੇਖ ਲਿਓ ਇੱਕ ਵਾਰੀ। ਕਰੰਟ ਵੀਕਲੀ ਸਟੇਟਸ ਦੇ ਵਿੱਚ ਪਿਛਲੇ 7 ਡੇਜ਼ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਲੇਬਰ ਫੋਰਸ ਵਰਕਿੰਗ ਪਾਰਟੀਸਿਪੇਸ਼ਨ ਜਿਹੜੀ ਹੈ ਕਿੰਨੀ ਹੈ। ਯੂਜ਼ਰ ਸਟੇਟਸ ਦਾ ਇੱਕ ਵਾਰੀ ਤੁਸੀਂ ਚੈੱਕ ਕਰ ਲਿਓ। ਨੈਕਸਟ ਹੈ ਰੀਸੈਂਟਲੀ ਜਿਹੜੇ ਵਿਨੋਦ ਬੱਚਨ ਬਾਲੀਵੁੱਡ ਪ੍ਰੋਡਿਊਸਰ ਨੇ, ਇਹਨਾਂ ਨੂੰ ਗਲੋਬਲ ਪ੍ਰੈਸਟੀਜ ਅਵਾਰਡ ਮਿਲਿਆ ਆ ਐਟ ਦਾ ਹਾਊਸ ਆਫ ਲਾਰਡਸ। ਸੋ ਇਹਨਾਂ ਨੇ ਜੋ ਵੀ ਇੰਡੀਅਨ ਫਿਲਮ ਇੰਡਸਟਰੀ ਨੂੰ ਆਪਣਾ ਕੰਟਰੀਬਿਊਸ਼ਨ ਦਿੱਤਾ ਹੈ ਉਹਦੇ ਵਾਸਤੇ। ਨੈਕਸਟ ਹੈ ਵਟ ਇਜ਼ ਦਾ ਥੀਮ ਆਫ 79th UN ਜਨਰਲ ਅਸੈਂਬਲੀ ਸੈਸ਼ਨ ਜਿਹੜਾ ਕਿ ਨਿਊਯਾਰਕ ਦੇ ਵਿੱਚ ਹੋਇਆ ਆ। ਸੋ ਦਾ ਥੀਮ ਹੈਗਾ ਸਮਿਟ ਆਫ ਦਾ ਫਿਊਚਰ। ਸੋ UN ਸੈਕਟਰੀ ਜਨਰਲ ਹੈਗੇ ਨੇ ਐਂਟੋਨੀਓ ਗੁਟਰਸ। ਸੋ ਇਹ ਵੀ ਯਾਦ ਰੱਖਿਓ, ਤੁਹਾਨੂੰ ਪੇਪਰਾਂ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਪੁੱਛਿਆ ਜਾਊਗਾ। ਐਂਡ ਜਿਹੜਾ ਰੀਸੈਂਟ ਇਹ ਸੈਸ਼ਨ ਹੋ ਰਿਹਾ ਆ ਇਹਦੇ ਜਿਹੜੇ ਆਪਣਾ ਪ੍ਰੈਜ਼ੀਡੈਂਟ ਹੈਗੇ ਨੇ ਉਹ ਹੈਗੇ ਨੇ ਫਿਲੇਮਨ ਯੰਗ। ਸੋ ਇਹ ਹੈਗੇ ਨੇ ਬੇਸਿਕਲੀ ਫਾਰਮਰ ਕੈਮਰੂਨ ਪ੍ਰਾਈਮ ਮਿਨਿਸਟਰ ਰਹੇ ਨੇ, ਠੀਕ ਹੈ, ਕੈਮਰੂਨ ਦੇ। ਨੈਕਸਟ ਹੈ recently which country has unveiled all new and powerful suicide drone Shahid 136B। ਸੋ ਇਹ ਈਰਾਨ ਨੇ ਜਿਹੜਾ ਆ ਲਾਂਚ ਕੀਤਾ ਆ। ਵਰਲਡ ਰਾਈਨੋ ਡੇ ਜਿਹੜਾ ਆਪਾਂ ਸਤੰਬਰ 22 ਨੂੰ ਅਬਜ਼ਰਵ ਕਰਦੇ ਆ। ਨੈਕਸਟ ਆ ਆਇਡੈਂਟੀਫਾਈ ਕਰੈਕਟ ਗਲੋਬਲ ਇਨੋਵੇਸ਼ਨ ਇੰਡੈਕਸ। ਸੋ ਗਲੋਬਲ ਇਨੋਵੇਸ਼ਨ ਇੰਡੈਕਸ ਜਿਹੜਾ ਉਹ ਵੀਪੋ ਵੱਲੋਂ ਯਾਨੀ ਕਿ ਵਰਲਡ ਇੰਟੈਲੈਕਚੁਅਲ ਪ੍ਰੋਪਰਟੀ ਆਰਗੇਨਾਈਜੇਸ਼ਨ ਜੋ ਕਿ ਜਨੀਵਾ ਦੇ ਵਿੱਚ ਜਿਹਦੇ ਹੈੱਡਕੁਆਰਟਰਸ ਨੇ ਜਨੀਵਾ ਸਵਿਟਜ਼ਰਲੈਂਡ ਦੇ ਵਿੱਚ, ਇੰਡੀਆ ਦਾ ਰੈਂਕ ਇਹਦੇ ਵਿੱਚ ਆਇਆ ਆ 39th। ਸੋ B ਆਪਸ਼ਨ ਗਲਤ ਹੈ। C ਹੈਗਾ ਆ ਕਿ ਇੰਡੀਆ ਆਲਸੋ ਰੈਂਕਡ ਫਸਟ ਅਮੰਗ 10 ਇਕੋਨਮੀਜ਼ ਸੈਂਟਰਲ ਤੇ ਸਾਊਥ ਏਸ਼ੀਅਨ ਰੀਜਨ ਦੇ ਵਿੱਚ, ਤੇ ਲੋਅਰ ਮਿਡਲ ਇਨਕਮ ਇਕੋਨਮੀਜ਼ ਗਰੁੱਪ ਦੇ ਵਿੱਚ ਵੀ ਇੰਡੀਆ ਲੀਡ ਕੀਤਾ। ਸੋ ਫਸਟ ਤੇ ਥਰਡ ਸਟੇਟਮੈਂਟ ਕਰੈਕਟ ਹੈ। ਸੋ ਦਾ ਰਾਈਟ ਆਨਸਰ ਇਜ਼ ਆਪਸ਼ਨ A। ਨੈਕਸਟ ਹੈ ਸ਼ਾਕਿਬ ਅਲ ਹਸਨ। ਸੋ ਇਹ ਆਲ ਟਾਈਮ ਗ੍ਰੇਟ ਕ੍ਰਿਕਟਰ ਨੇ ਬੰਗਲਾਦੇਸ਼ ਤੋਂ, ਜਿਨ੍ਹਾਂ ਨੇ ਆਪਣਾ ਟੈਸਟ ਤੋਂ ਤੇ ਮਾਡਰਨ T20 ਫਾਰਮੈਟ ਤੋਂ ਆਪਣੀ ਜਿਹੜੀ ਅਨਾਊਂਸਮੈਂਟ ਕਰ ਦਿੱਤੀ ਹੈ, ਰਿਟਾਇਰਮੈਂਟ ਜਿਹੜੀ ਅਨਾਊਂਸ ਕਰ ਦਿੱਤੀ ਹੈ। ਸੋ ਦਾ ਰਾਈਟ ਆਨਸਰ ਇਜ਼ ਆਪਸ਼ਨ D।
ਰੀਸੈਂਟਲੀ ਨਿਊਜ਼ ਦੇ ਵਿੱਚ ਸੀਗੇ ਗਿਰੀਸ਼ ਚੰਦਰ ਮੁਰਮੂ, ਸੋ ਇਹ ਜਿਹੜੇ ਆ ਕੈਗ ਨੇ ਇੰਡੀਆ ਦੇ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ। ਨੈਕਸਟ ਹੈ ਰੀਸੈਂਟਲੀ ਵਿਚ ਕੰਟਰੀ ਹੈਜ਼ ਬਿਕਮ ਦਾ ਫਸਟ, ਸੋ ਕੈਰੇਬੀਅਨ ਰੀਜਨ ਦੇ ਵਿੱਚ ਜਿਹੜੀ ਫਸਟ ਕੰਟਰੀ ਬਣੀ ਹੈ ਜਿਹਨੇ UPI ਅਡੋਪਟ ਕੀਤਾ, ਦੈਟ ਇਜ਼ ਤ੍ਰਿਨੀਦਾਦ ਐਂਡ ਟੋਬੈਗੋ। ਸੋ ਦੈਟ ਵਾਜ਼ ਆਲ ਫॉर ਟੂਡੇ, ਥੈਂਕ ਯੂ।